ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 23 ਜੁਲਾਈ ਹੈ ਤੇ ਦਿਨ ਸ਼ੁੱਕਰਵਾਰ ਹੈ। ਅੱਜ ਦੀਆਂ ਖਬਰਾਂ ਦੇ ਵਿਸਤਾਰ ਤੋਂ ਪਹਿਲਾਂ ਖਾਸ ਖਬਰਾਂ ਤੁਹਾਨੂੰ ਦੱਸਦੇ ਹਾਂ। ਤੇ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰਾਂਗੇ। ਹਾਲਾਂਕਿ 9 ਵਜੇ ਦੇ ਮੌਸਮ ਬੁਲੇਟਿਨ ਦੇ ਵਿੱਚ ਅਸੀਂ ਤੁਹਾਨੂੰ ਮੌਸਮ ਦੀ ਹਰ ਜ਼ਿਲ੍ਹੇ ਦੀ ਜਾਣਕਾਰੀ ਦੇਵਾਂਗੇ, ਪੰਜਾਬ ਦੇ ਹਰ ਜ਼ਿਲ੍ਹੇ ਦੀ। ਕੱਲ ਦੀ ਜੇ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਭਰਵਾਂ ਮੀਂਹ ਪਿਆ ਹੈ। ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ, ਗਰਮੀ ਤੋਂ ਰਾਹਤ ਮਿਲੀ ਹੈ। ਪਰ ਹੁਣ ਇਸ ਮੀਂਹ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਡੁੱਬਣ ਲੱਗੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਵਿੱਚ ਫਸਲਾਂ ਡੁੱਬਣ ਕਾਰਨ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ 2-3 ਦਿਨ ਬੱਦਲਵਾਈ ਤਾਂ ਪੰਜਾਬ ਦੇ ਵਿੱਚ ਰਹੇਗੀ। ਇਸ ਦੇ ਨਾਲ ਹਲਕਾ ਮੀਂਹ ਪੈ ਸਕਦਾ ਹੈ, ਕਿਣਮਿਣ ਕਣੀਆਂ ਹੋ ਸਕਦੀਆਂ ਨੇ। ਇਸ ਦੀ ਪੇਸ਼ੀਨ ਗੋਈ ਕੀਤੀ ਗਈ ਹੈ। ਦਿੱਲੀ ਦੇ ਵਿੱਚ ਕੱਲ ਕਿਸਾਨਾਂ ਦੀ ਸੰਸਦ ਦਾ ਪਹਿਲਾ ਦਿਨ ਸੀ। ਖੇਤੀ ਕਾਨੂੰਨਾਂ ਦੇ ਖਿਲਾਫ ਸਰਕਾਰ ਦੀ ਸੰਸਦ ਦੇ ਮੂਹਰੇ ਕਿਸਾਨਾਂ ਨੇ ਆਪਣੀ ਸੰਸਦ ਲਾਈ ਤੇ ਬੜੇ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਤੇ ਬੜੇ ਹੀ ਡਿਸਪਲਿਨ ਦੇ ਨਾਲ ਇਹ ਸੰਸਦ ਹੈ ਜਿਹੜੀ ਉਹ ਸੰਪੰਨ ਹੋਈ। ਕਿਸਾਨਾਂ ਨੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਮੀਆਂ ਤੇ ਚਰਚਾ ਕੀਤੀ। ਅੰਦੋਲਨ ਦੇ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਕਿਸਾਨ ਪ੍ਰਦਰਸ਼ਨ ਖਤਮ ਕਰ ਦੇਣ ਤੇ ਗੱਲਬਾਤ ਕਰਨ। ਉਹੀ ਗੱਲ ਹੈ ਜਿਹੜੀ ਮੁੜ ਤੋਂ ਦੁਹਰਾਈ ਹੈ। ਤੇ ਕਿਸਾਨਾਂ ਦੇ ਸੰਸਦ ਪ੍ਰੋਗਰਾਮ ਤੋਂ ਔਖੇ ਹੋਏ ਬੀਜੇਪੀ ਮੰਤਰੀਆਂ ਦੇ ਵਿੱਚੋਂ ਇੱਕ ਮੰਤਰੀ ਮੀਨਾਕਸ਼ੀ ਲੇਖੀ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਮਵਾਲੀ ਕਿਹਾ। ਮੀਨਾਕਸ਼ੀ ਲੇਖੀ ਨੇ ਇਹ ਸ਼ਬਦ ਕਿਸਾਨਾਂ ਦੇ ਲਈ ਉਸ ਵਕਤ ਵਰਤਿਆ ਹੈ ਜਦੋਂ ਇੱਕ ਪੱਤਰਕਾਰ ਨੇ ਮੀਨਾਕਸ਼ੀ ਲੇਖੀ ਨੂੰ ਜੰਤਰ ਮੰਤਰ ਦੇ ਉੱਤੇ ਇੱਕ ਫੋਟੋਗ੍ਰਾਫਰ ਦੇ ਉੱਤੇ ਕਥਿਤ ਤੌਰ ਤੇ ਕਿਸਾਨਾਂ ਵੱਲੋਂ ਹਮਲਾ ਕੀਤੇ ਜਾਣ ਦਾ ਸਵਾਲ ਪੁੱਛਿਆ ਤਾਂ ਲੇਖੀ ਨੇ ਕਿਹਾ ਤੁਸੀਂ ਉਹਨਾਂ ਨੂੰ ਕਿਸਾਨ ਕਹਿਣਾ ਬੰਦ ਕਰੋ ਕਿਉਂਕਿ ਉਹ ਕਿਸਾਨ ਨਹੀਂ ਮਵਾਲੀ ਹਨ। ਤੇ ਕੈਪਟਨ ਅਮਰਿੰਦਰ ਸਿੰਘ ਨੇ ਮੀਨਾਕਸ਼ੀ ਲੇਖੀ ਦੇ ਇਸ ਬਿਆਨ ਦਾ ਸਖਤ ਵਿਰੋਧ ਕਰਦਿਆਂ ਮੀਨਾਕਸ਼ੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਕਿਸਾਨਾਂ ਦੀ ਸੰਸਦ ਅੱਜ ਵੀ ਜੁੜੇਗੀ। ਦੂਸਰਾ ਜਥਾ ਤਿਆਰ ਬਰ ਤਿਆਰ ਹੈ। ਕੱਲ ਟਿੱਕਰੀ ਬਾਰਡਰ ਤੋਂ ਸਿੰਘੂ ਬਾਰਡਰ ਵਿਖੇ ਦੂਸਰਾ ਜਥਾ ਜਿਹੜਾ ਪਹੁੰਚ ਗਿਆ ਹੈ। ਟਿੱਕਰੀ ਮੋਰਚੇ ਤੇ ਨਾਰਿਆਂ ਦੀ ਗੂੰਜ ਵਿੱਚ ਸਿੰਘੂ ਬਾਰਡਰ ਦੇ ਲਈ ਇਹ ਜਥਾ ਰਵਾਨਾ ਕੀਤਾ ਗਿਆ। ਅੱਜ ਦੀ ਇੱਕ ਹੋਰ ਵੱਡੀ ਖਬਰ ਕੱਲ ਰਾਤ ਆਈ ਹੈ ਹਰਿਆਣਾ ਦੇ ਸਿਰਸਾ ਤੋਂ। ਇੱਥੇ ਦੇਸ਼ ਧਰੋਹ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਕਿਸਾਨਾਂ ਨੂੰ ਕੱਲ ਸ਼ਾਮ ਰਿਹਾ ਕਰ ਦਿੱਤਾ ਗਿਆ ਹੈ। ਜ਼ਮਾਨਤ ਤੇ ਰਿਹਾਈ ਤੋਂ ਬਾਅਦ ਬਲਦੇਵ ਸਿੰਘ ਸਿਰਸਾ, ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਜਿਹੜੇ ਕਿ ਪਿਛਲੇ 5 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਸੀ, ਉਹਨਾਂ ਦਾ ਮਰਨ ਵਰਤ ਖਤਮ ਹੋ ਗਿਆ ਤੇ ਕਿਸਾਨਾਂ ਨੇ ਸ਼ਹਿਰ ਬੰਦ ਕਰਨ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਹੈ ਤੇ ਕਿਸਾਨਾਂ ਨੇ ਇੱਥੇ ਲਗਾਤਾਰ 6 ਦਿਨਾਂ ਤੋਂ ਚੱਲਦਾ ਪੱਕਾ ਧਰਨਾ ਖਤਮ ਕਰ ਦਿੱਤਾ ਹੈ। ਕਿਸਾਨਾਂ ਦੀ ਜਿਹੜੀ ਸੰਸਦ ਚੱਲ ਰਹੀ ਹੈ ਉਸ ਦੇ ਪਹਿਲੇ ਦਿਨ ਦੀ ਕਾਮਯਾਬੀ ਤੋਂ ਬਾਅਦ ਹੁਣ ਕਿਸਾਨ ਮੋਰਚਿਆਂ ਦੇ ਵਿੱਚ ਜਿਹੜੇ ਪੰਜਾਬ ਤੇ ਹਰਿਆਣਾ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਨਵੀਂ ਰੂਹ ਫੂਕੀ ਗਈ ਹੈ ਤੇ ਕਿਸਾਨਾਂ ਦੀ ਇਸ ਸੰਸਦ ਦੇ ਕਾਮਯਾਬ ਰਹਿਣ ਤੋਂ ਬਾਅਦ ਹੁਣ ਕਿਸਾਨ ਹੋਰ ਹੌਸਲੇ ਦੇ ਵਿੱਚ ਆ ਗਏ ਨੇ ਤੇ ਇਕੱਠ ਨੇ ਜਿਹੜੇ ਉਹ ਵਧਣ ਲੱਗੇ ਨੇ। ਅੱਜ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਏਗੀ ਤੇ ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਤਾਜਪੋਸ਼ੀ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਤੇ ਇੱਕੋ ਮੰਚ ਤੇ ਇਕੱਠੇ ਕੈਪਟਨ ਤੇ ਸਿੱਧੂ ਨੇ ਜਿਹੜੇ ਉਹ ਦਿਖਾਈ ਦੇਣਗੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 22 ਅਗਸਤ ਨੂੰ ਹੋਣਗੀਆਂ। ਹਾਈਕੋਰਟ ਨੇ ਇਸ ਦਾ ਐਲਾਨ ਕਰ ਦਿੱਤਾ ਹੈ। ਟੋਕੀਓ ਦੇ ਵਿੱਚ ਓਲੰਪਿਕਸ ਖੇਡਾਂ ਦਾ ਰਸਮੀ ਆਗਾਜ਼ ਅੱਜ ਹੋਵੇਗਾ। ਓਲੰਪਿਕਸ ਮਸ਼ਾਲ ਜਗਾਉਣ ਵਾਲੇ ਖਿਡਾਰੀਆਂ ਬਾਰੇ ਹਾਲੇ ਤੱਕ ਭੇਤ ਬਰਕਰਾਰ ਹੈ। ਓਲੰਪਿਕਸ ਖੇਡਾਂ ਦੌਰਾਨ ਗਰਾਊਂਡ ਦੇ ਵਿੱਚ ਸਿਰਫ ਖਿਡਾਰੀ, ਖੇਡ ਅਧਿਕਾਰੀ ਤੇ ਚੋਣਵੇਂ ਮਹਿਮਾਨ ਹੀ ਹਾਜ਼ਰ ਹੋਣਗੇ। ਪਿਛਲੇ ਦਿਨਾਂ ਦੇ ਵਿੱਚ ਓਲੰਪਿਕਸ ਖੇਡ ਪਿੰਡ ਦੇ ਵਿੱਚੋਂ 70 ਤੋਂ ਵੱਧ ਲੋਕ ਪੋਜ਼ਿਟਿਵ ਪਾਏ ਗਏ ਨੇ, ਜਿਸ ਤੋਂ ਬਾਅਦ ਸਖਤੀ ਕੀਤੀ ਗਈ ਹੈ। ਹਾਲਾਂਕਿ ਇਹ ਵੀ ਖਦਸ਼ਾ ਬਣਿਆ ਹੋਇਆ ਸੀ ਕਿ ਓਲੰਪਿਕਸ ਖੇਡਾਂ ਮੁਲਤਵੀ ਵੀ ਹੋ ਸਕਦੀਆਂ ਨੇ, ਪਰ ਇਹ ਅੱਜ ਸ਼ਾਮ 4:30 ਵਜੇ, ਇਹ ਭਾਰਤੀ ਸਮੇਂ ਦੇ ਮੁਤਾਬਿਕ ਜਿਹੜਾ ਸਮਾਂ ਹੈ 4:30 ਵਜੇ, ਉਦੋਂ ਓਲੰਪਿਕਸ ਖੇਡਾਂ ਜਿਹੜੀਆਂ ਉਸ ਦਾ ਆਗਾਜ਼ ਹੋ ਜਾਵੇਗਾ। ਟੋਕੀਓ ਦੇ ਵਿੱਚ ਅੱਜ ਸ਼ਾਮ 4:30 ਵਜੇ ਰਾਤ ਦੇ 8 ਵਜੇ ਹੋਣਗੇ। ਪੈਗਾਸਸ ਜਾਸੂਸੀ ਕਾਂਡ ਦੀਆਂ ਖਬਰਾਂ ਚਲਾਉਣ ਵਾਲੇ ਮੀਡੀਆ ਅਦਾਰੇ ਦੈਨਿਕ ਭਾਸਕਰ ਅਤੇ ਭਾਰਤ ਸਮਾਚਾਰ ਦੇ ਦਫ਼ਤਰਾਂ ਤੇ ਛਾਪੇਮਾਰੀ ਕੀਤੀ ਹੈ। ਟੈਕਸ ਚੋਰੀ ਕਰਨ ਦਾ ਦੋਸ਼ ਲਾਉਂਦੇ ਹੋਏ ਸਰਕਾਰੀ ਟੀਮਾਂ ਨੇ ਛਾਪੇਮਾਰੀ ਕੀਤੀ। ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੇ ਵੱਡੇ ਲੀਡਰਾਂ ਨੇ ਇਸ ਛਾਪੇਮਾਰੀ ਦੀ ਨਿਖੇਧੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਸੀਂ ਇਹਨਾਂ ਮੀਡੀਆ ਅਦਾਰਿਆਂ ਦੇ ਨਾਲ ਖੜੇ ਹਾਂ ਸੰਕਟ ਦੀ ਘੜੀ ਦੇ ਵਿੱਚ। ਸੁਖਬੀਰ ਬਾਦਲ ਨੇ ਕਿਹਾ ਕਿ ਐਨਡੀਏ ਸਰਕਾਰ ਦੈਨਿਕ ਭਾਸਕਰ ਤੇ ਸਮਾਚਾਰ ਗਰੁੱਪ ਨੂੰ ਸਿਰਫ ਇਸ ਕਰਕੇ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਇਹਨਾਂ ਨੇ ਪੱਤਰਕਾਰੀ ਦੇ ਮਿਆਰ ਮੁਤਾਬਿਕ ਮੋਦੀ ਸਰਕਾਰ ਨੂੰ ਔਖੇ ਸਵਾਲ ਕੀਤੇ ਤੇ ਕੱਲ ਇਸੇ ਮੁੱਦੇ ਤੇ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਕੱਲ ਦੋਵੇਂ ਸਦਨਾਂ ਦੇ ਵਿੱਚ ਖੇਤੀ ਕਾਨੂੰਨਾਂ ਅਤੇ
ਪੈਗਾਸਸ ਮੁੱਦੇ ਦੇ ਉੱਤੇ ਦੋਵੇਂ ਸਦਨਾਂ ਦੇ ਵਿੱਚ ਜ਼ਬਰਦਸਤ ਹੰਗਾਮੇ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਲੋਕ ਸਭਾ ਤੇ ਰਾਜ ਸਭਾ ਦੋਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਅੱਜ ਫਿਰ ਸਦਨ ਜੁੜਨਗੇ ਤੇ ਅੱਜ ਵੀ ਵਿਰੋਧੀ ਧਿਰਾਂ ਦੇ ਵੱਲੋਂ ਹੰਗਾਮੇ ਦੇ ਪੂਰੇ ਆਸਾਰ ਨੇ। ਐਨਪੀਏ ਦੀ ਮੰਗ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਅੱਜ ਮਾਰਚ ਕੱਢਿਆ ਜਾਵੇਗਾ। ਅੱਜ ਸੂਬੇ ਦੇ ਸਾਰੇ ਮੈਡੀਕਲ ਤੇ ਵੈਟਰਨਰੀ ਡਾਕਟਰ ਮੁਹਾਲੀ ਦੇ ਫੇਸ 6 ਦੇ ਵਿੱਚ ਇਕੱਠੇ ਹੋਣਗੇ, ਜਿਸ ਤੋਂ ਬਾਅਦ ਦੁਪਹਿਰੇ ਸ਼ਾਂਤਮਈ ਢੰਗ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਰੋਸ ਮਾਰਚ ਕੱਢਿਆ ਜਾਵੇਗਾ। ਬਠਿੰਡਾ ਦੇ ਵਿੱਚ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਦਫ਼ਤਰ ਘੇਰ ਲਿਆ। ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਆਸ਼ਾ ਵਰਕਰਾਂ ਨੇ ਰੋਸ ਮਾਰਚ ਦੌਰਾਨ ਥਾਲੀਆਂ ਤੇ ਚਮਚੇ ਖੜਕਾਏ। ਮੁਹਾਲੀ ਦੇ ਵਿੱਚ ਪਿਛਲੇ 1 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਸਕੂਲ ਸਿੱਖਿਆ ਭਵਨ ਦੀ ਬੋਰਡ ਦੇ ਬਾਹਰ ਪੱਕੇ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਦੀ ਕੱਲ ਸਰਕਾਰ ਦੇ ਨਾਲ ਬੈਠਕ ਹੋਈ, ਪਰ ਇਹ ਬੈਠਕ ਬੇਸਿੱਟਾ ਰਹੀ। ਅਧਿਆਪਕਾਂ ਦੇ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਮੁਲਾਜ਼ਮਾਂ ਦੇ ਵਿੱਚ ਰੋਹ ਹੋਰ ਵੱਧ ਗਿਆ। ਉਧਰ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀ ਖਟਕੜ ਕਲਾਂ ਦੇ ਵਿੱਚ ਕਿਸਾਨਾਂ ਦੇ ਨਾਲ ਪੁਲਿਸ ਨੇ ਖਿੱਚਤੂ ਕੀਤੀ ਜਦੋਂ ਕਿਸਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਜਾ ਰਹੇ ਸੀ। ਉਸ ਤੋਂ ਬਾਅਦ ਕੱਲ ਸਿੱਧੂ ਨੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆਪਣੇ ਇੱਕ ਵਿਧਾਇਕ ਦੇ ਘਰ ਪਹੁੰਚਣਾ ਸੀ। ਇੱਥੇ ਹਲਕਾ ਖੇਮਕਰਨ ਦੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਿੱਧੂ ਨੂੰ ਆਪਣੇ ਜੱਦੀ ਪਿੰਡ ਮਹਿਮੂਦਪੁਰ ਬੁਲਾਇਆ ਹੋਇਆ ਸੀ। ਸਿੱਧੂ ਨੇ 11 ਵਜੇ ਪਹੁੰਚਣਾ ਸੀ, ਪਰ ਜਦੋਂ ਪਤਾ ਲੱਗਿਆ ਕਿ ਕਿਸਾਨ ਵਿਰੋਧ ਕਰਨਗੇ ਤਾਂ ਸਿੱਧੂ ਨੇ ਰੂਟ ਹੀ ਬਦਲ ਦਿੱਤਾ ਤੇ 3 ਘੰਟੇ ਦੀ ਦੇਰੀ ਨਾਲ ਸਿੱਧੂ ਆਪਣੇ ਕਾਫਲੇ ਦੇ ਨਾਲ ਪਹੁੰਚੇ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁਰ ਸਿੰਘ ਦੇ ਵਿੱਚ ਕਾਲੀਆਂ ਝੰਡੀਆਂ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਖੜੇ ਹੋਏ ਸੀ, ਕਿਸਾਨ ਖੜੇ ਸੀ। ਇਸ ਕਰਕੇ ਸਿੱਧੂ ਨੂੰ ਰੂਟ ਬਦਲਣਾ ਪਿਆ ਤੇ ਬਦਲੇ ਰੂਟ ਦੀ ਸਿੱਧੂ ਦੇ ਦਫ਼ਤਰ ਦੇ ਵੱਲੋਂ ਆਪਣੇ ਵਰਕਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਵਰਕਰਾਂ ਦੇ ਵਿੱਚ ਨਿਰਾਸ਼ਾ ਵੀ ਦੇਖੀ ਗਈ। ਸਿਆਸੀ ਮਾਹਿਰ ਕਹਿੰਦੇ ਨੇ ਕਿ ਸਿੱਧੂ ਨੂੰ ਕਿਸਾਨਾਂ ਤੋਂ ਬਚਣ ਦੀ ਥਾਂ ਕਿਸਾਨਾਂ ਦੇ ਨਾਲ ਮਿਲ ਕੇ ਗੱਲਬਾਤ ਕਰਨੀ ਚਾਹੀਦੀ ਹੈ, ਨਹੀਂ ਤਾਂ ਉਹ ਆਪਣੀਆਂ ਵਿਕਟਾਂ ਇਸੇ ਤਰ੍ਹਾਂ ਗਵਾਉਂਦੇ ਜਾਣਗੇ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਉਸਦੇ ਵਿਧਾਇਕਾਂ ਦੀ ਫੌਜ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਹੈ। ਜਗੀਰ ਕੌਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਅਜਿਹਾ ਸ਼ਕਤੀ ਪ੍ਰਦਰਸ਼ਨ ਕਰਨਾ ਸਿੱਖ ਮਰਿਆਦਾ ਦੇ ਉਲਟ ਹੈ, ਕਿਉਂਕਿ ਸਿੱਧੂ ਅਤੇ ਉਹਨਾਂ ਦੇ ਵਿਧਾਇਕ ਨੇ ਜਿਹੜੇ ਉਹ ਇੱਕ ਫੌਜ ਦੇ ਇੱਕ ਜਲੂਸ ਦੇ ਰੂਪ ਵਿੱਚ ਆਏ। ਮੀਡੀਆ ਕਰਮੀਆਂ ਨੇ ਜਿਸ ਤਰੀਕੇ ਦੇ ਨਾਲ ਕਵਰੇਜ ਕੀਤੀ ਉਹ ਇੱਕ ਪਵਿੱਤਰ ਸਥਾਨ ਦੀ ਮਰਿਆਦਾ ਨੂੰ ਭੰਗ ਕਰਨ ਦੇ ਬਰਾਬਰ ਹੈ, ਕਿਉਂਕਿ ਇਸ ਸਥਾਨ ਤੇ ਤਾਂ ਹਰ ਕੋਈ ਇੱਕ ਨਿਮਾਣੇ ਇਨਸਾਨ ਦੇ ਵਜੋਂ ਨਤਮਸਤਕ ਹੋਣ ਦੇ ਲਈ ਆਉਂਦਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੀਆਂ ਖਬਰਾਂ ਦੇ ਵਿੱਚ ਗੱਲ ਪਹਿਲਾਂ ਕਿਸਾਨਾਂ ਦੀ ਹੋਵੇਗੀ, ਕਿਉਂਕਿ ਕਿਸਾਨਾਂ ਨੇ ਇਤਿਹਾਸ ਰਚਿਆ ਹੈ। 22 ਜੁਲਾਈ ਦੇ ਦਿਨ ਕਿਸਾਨ ਸੰਸਦ ਲਾ ਕੇ ਮੋਦੀ ਸੰਸਦ ਦੇ ਉੱਤੇ ਕਹਿੰਦੇ ਕਿਸਾਨਾਂ ਦੀ ਸੰਸਦ ਭਾਰੀ ਪਈ ਹੈ, ਕਿਉਂਕਿ ਭਾਰਤੀ ਸੰਸਦ ਕਈ ਵਾਰੀ ਮੁਲਤਵੀ ਕਰਨੀ ਪਈ 22 ਜੁਲਾਈ ਨੂੰ ਹੀ, ਜਦਕਿ ਕਿਸਾਨਾਂ ਦੀ ਸੰਸਦ ਬਿਨਾਂ ਕਿਸੇ ਰੋਕ ਟੋਕ ਬਿਨਾਂ ਕਿਸੇ ਹੰਗਾਮੇ ਤੋਂ ਸ਼ਾਂਤੀਪੂਰਵਕ ਚੱਲੀ ਅਤੇ ਸੰਪੰਨ ਵੀ ਹੋਈ। ਸੰਯੁਕਤ ਕਿਸਾਨ ਮੋਰਚਾ ਕਿਸਾਨ ਸੰਸਦ ਰਾਹੀਂ ਸਰਕਾਰ ਦੇ ਕੰਨਾਂ ਤੱਕ ਆਪਣਾ ਸੁਨੇਹਾ ਦੇਣ ਦੇ ਵਿੱਚ ਸਫਲ ਰਿਹਾ ਜਾਪਦਾ ਹੈ। ਇਹ ਨਹੀਂ ਕਿ ਇਸ ਐਕਸ਼ਨ ਦੇ ਨਾਲ ਹੁਣ 3 ਖੇਤੀ ਕਾਨੂੰਨ ਸਰਕਾਰ ਰੱਦ ਕਰ ਦੇਵੇਗੀ, ਪਰ ਇੱਕ ਗੱਲ ਤਾਂ ਪੱਕੀ ਹੈ ਕਿ ਸਰਕਾਰ ਤੇ ਪ੍ਰੈਸ਼ਰ ਵਧਿਆ ਹੈ, ਸਰਕਾਰ ਹੋਰ ਦਬਾਅ ਦੇ ਹੇਠ ਆਈ ਹੈ। ਇਸ ਤੋਂ ਬਾਅਦ ਕਿਸਾਨ ਮੋਰਚੇ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅੱਜ ਇਤਿਹਾਸਿਕ ਲੋਕ ਲਹਿਰ ਦਾ ਇਤਿਹਾਸਿਕ ਦਿਨ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸੰਸਦ ਦੇ ਨੇੜੇ ਜੰਤਰ ਮੰਤਰ ਦੀ ਪਾਰਲੀਮੈਂਟ ਸਟਰੀਟ ਦੇ ਵਿੱਚ ਇੱਕ ਕਿਸਾਨ ਸੰਸਦ ਦਾ ਆਯੋਜਨ ਕੀਤਾ ਗਿਆ। ਕਿਸਾਨ ਸੰਸਦ ਪੂਰੀ ਤਰ੍ਹਾਂ ਨਾਲ ਅਨੁਸ਼ਾਸਨ ਦੇ ਵਿੱਚ ਸੀ, ਜਿਵੇਂ ਕਿ ਪਹਿਲਾਂ ਹੀ ਮੋਰਚੇ ਦੇ ਵੱਲੋਂ ਐਲਾਨ ਕੀਤਾ ਗਿਆ ਸੀ। ਕਹਿੰਦੇ 22 ਜੁਲਾਈ ਨੂੰ ਸਵੇਰੇ ਕਿਸਾਨ ਸੰਸਦ ਦੇ ਮੈਂਬਰਾਂ ਦੀ ਬੱਸ ਨੂੰ ਪੁਲਿਸ ਨੇ ਜੰਤਰ ਮੰਤਰ ਤੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਮਸਲਾ ਹੱਲ ਕਰ ਲਿਆ ਗਿਆ। ਦਿੱਲੀ ਪੁਲਿਸ ਨੇ ਮੀਡੀਆ ਨੂੰ ਕਿਸਾਨੀ ਸੰਸਦ ਦੀ ਕਾਰਵਾਈ ਨੂੰ ਕਵਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਬੈਰੀਕੇਡ ਲਾਏ। ਮੋਰਚੇ ਨੇ ਕਿਹਾ ਕਿ ਕਿਸਾਨ ਸੰਸਦ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਭਾਰਤ ਸਰਕਾਰ ਦੇ ਮੰਤਰੀਆਂ ਦੇ ਖੋਖਲੇ ਦਾਅਵਿਆਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਕਿ ਕਿਸਾਨ ਲਗਾਤਾਰ 3 ਕਾਨੂੰਨ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਤੇ ਕਰਦੇ ਰਹਿਣਗੇ। ਕਿਸਾਨ ਸੰਸਦ ਦੇ ਵਿੱਚ ਇਹ ਵੀ ਕਿਹਾ ਗਿਆ ਕਿ APMC ਬਾਈਪਾਸ ਅਧਿਨਿਯਮ ਬਾਰੇ ਵਿਚਾਰ ਵਟਾਂਦਰੇ ਦੇ ਸੰਬੰਧ ਵਿੱਚ ਜਿਹੜਾ ਹੈਗਾ ਉਹ ਖੁੱਲ ਕੇ ਗੱਲਾਂ ਕੀਤੀਆਂ ਗਈਆਂ। ਕਈ ਨੁਕਤੇ ਸੰਸਦ ਦੇ ਵਿੱਚ ਉਠਾਏ ਗਏ ਤੇ ਕਿਹਾ ਕਿ ਅਜਿਹਾ ਕਰਨਾ ਗੈਰ ਲੋਕਤੰਤਰੀ ਹੈ। ਕਿਸਾਨਾਂ ਨੇ ਆਪਣੀ ਸੰਸਦ ਦੇ ਵਿੱਚ ਕਾਲੇ ਕਾਨੂੰਨਾਂ ਬਾਰੇ ਤੇ ਉਹਨਾਂ ਦੇ ਨਾਲ ਜੁੜੇ ਗਿਆਨ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਕਿਸਾਨ ਪੂਰੀ ਤਰ੍ਹਾਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਨੇ ਤੇ ਕਿਸਾਨਾਂ ਨੇ ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਨੂੰ ਰੱਦ ਕਰਨ ਦੀ ਹੀ ਮੰਗ ਕਿਉਂ ਕਰ ਰਹੇ ਹਾਂ, ਅਸੀਂ ਇਹਨਾਂ ਦੇ ਵਿੱਚ ਸੋਧਾਂ ਕਿਉਂ ਨਹੀਂ ਚਾਹੁੰਦੇ। ਕਿਸਾਨਾਂ ਨੇ ਆਪਣੀ ਸੰਸਦ ਦੇ ਵਿੱਚ ਅਜਿਹਾ ਦੱਸਣ ਦੀ ਕੋਸ਼ਿਸ਼ ਕੀਤੀ ਦੁਨੀਆ ਨੂੰ। ਕਿਸਾਨਾਂ ਦੀ ਸੰਸਦ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਉਸੇ ਤਰੀਕੇ ਦੇ ਨਾਲ ਚਲਾਈ
ਚਲਾਈ ਗਈ ਜਿਵੇਂ ਭਾਰਤੀ ਸੰਸਦ ਹੁੰਦੀ ਹੈ। ਸਪੀਕਰ ਬਿਠਾਇਆ ਗਿਆ, ਉਸ ਤੋਂ ਬਾਅਦ ਬੁਲਾਰਿਆਂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਗਈ। ਹਰ ਇੱਕ ਬੁਲਾਰੇ ਨੇ ਆਪਣਾ ਸਮਾਂ ਆਉਣ ਤੇ ਇੱਕ ਸੀਮਿਤ ਸਮੇਂ ਦੇ ਵਿੱਚ ਸੀਮਿਤ ਸ਼ਬਦਾਂ ਦੇ ਵਿੱਚ ਆਪਣੀ ਆਪਣੀ ਗੱਲ ਰੱਖੀ ਤੇ ਬੈਠਦੇ ਗਏ। ਕੋਈ ਵੀ ਹੰਗਾਮਾ ਨਹੀਂ ਦੇਖਣ ਨੂੰ ਮਿਲਿਆ। ਸੋ ਸਖਤ ਸੁਰੱਖਿਆ ਦੇ ਹੇਠ ਕਿਸਾਨ ਸੰਸਦ ਲੱਗੀ। ਸਭ ਤੋਂ ਪਹਿਲਾਂ ਕਿਸਾਨਾਂ ਨੇ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। 200 ਕਿਸਾਨ ਜੰਤਰ ਮੰਤਰ ਤੇ ਪਹੁੰਚੇ ਸੀ। ਡੀਟੀਸੀ ਦੀਆਂ ਬੱਸਾਂ ਦੇ ਵਿੱਚ ਸਵਾਰ ਹੋ ਕੇ ਇੱਥੇ ਪਹੁੰਚੇ ਸੀ। ਇੱਕ ਬੱਸ ਖਰਾਬ ਹੋਣ ਕਰਕੇ ਕੁਝ ਕਿਸਾਨਾਂ ਨੂੰ ਸੰਸਦ ਦੇ ਵਿੱਚ ਪਹੁੰਚਣ ਵਿੱਚ ਦੇਰੀ ਵੀ ਹੋ ਗਈ ਸੀ। ਜੰਤਰ ਮੰਤਰ ਤੇ ਸਖਤ ਸੁਰੱਖਿਆ ਤਾਇਨਾਤ ਕੀਤੀ ਗਈ ਸੀ। ਸੰਸਦ ਨੂੰ ਜਾਂਦੇ ਸਾਰੇ ਰਾਹਾਂ ਤੇ ਸੁਰੱਖਿਆ ਜਿਹੜੀ ਹੈਗੀ ਆ ਉਹ ਸਖਤ ਸੀ। ਜੰਤਰ ਮੰਤਰ ਸੰਸਦ ਭਵਨ ਤੋਂ ਕੁਝ ਕੁ ਦੂਰੀ ਤੇ ਹੀ ਹੈ ਤੇ ਜੰਤਰ ਮੰਤਰ ਤੋਂ ਜੋ ਸੰਸਦ ਭਵਨ ਜਾਈਦਾ ਤਾਂ ਪਾਰਲੀਮੈਂਟ ਸਟਰੀਟ ਉਹਨੂੰ ਕਿਹਾ ਜਾਂਦਾ, ਉੱਥੇ ਹੀ ਕਿਸਾਨਾਂ ਦੀ ਸੰਸਦ ਲੱਗੀ। ਪੁਲਿਸ ਅਤੇ ਨੀਮ ਫੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਅਤੇ ਕਿਸਾਨਾਂ ਨੇ ਸ਼ਾਮ 5 ਵਜੇ ਤੱਕ ਕਿਸਾਨ ਸੰਸਦ ਦਾ ਆਯੋਜਨ ਕੀਤਾ। ਸੰਯੁਕਤ ਕਿਸਾਨ ਮੋਰਚੇ ਨੂੰ ਇਸ ਵਾਰੀ ਹਲਫਨਾਮਾ ਦੇਣ ਲਈ ਵੀ ਕਿਹਾ ਗਿਆ, ਜਿਹਦੇ ਵਿੱਚ ਕੋਵਿਡ ਨਿਯਮਾਂ ਦੀ ਪਾਲਣਾ ਦੇ ਨਾਲ ਅੰਦੋਲਨ ਸ਼ਾਂਤੀਪੂਰਵਕ ਰੱਖਣ ਦੀਆਂ ਸ਼ਰਤਾਂ ਨੇ ਜਿਹੜੀਆਂ ਉਹ ਮੰਗੀਆਂ ਗਈਆਂ ਨੇ। ਸੋ ਇਸ ਕਿਸਾਨ ਸੰਸਦ ਦੇ ਵਿੱਚ ਖੇਤੀ ਕਾਨੂੰਨਾਂ ਦੀਆਂ ਘਾਤਕ ਮਦਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਚਰਚਾ ਕੀਤੀ ਜਾ ਰਹੀ ਹੈ। ਦੇਸ਼ ਦੇ ਹੁਕਮਰਾਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨ ਲੀਡਰ ਰਾਕੇਸ਼ ਟਿਕੈਤ, ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ ਸਮੇਤ ਹੋਰ ਕਈ ਲੀਡਰ ਪਹੁੰਚੇ ਹੋਏ ਸੀ 200 ਕਿਸਾਨਾਂ ਦੇ ਜਥੇ ਦੇ ਵਿੱਚ। ਤੇ ਬਲਵੀਰ ਸਿੰਘ ਰਾਜੇਵਾਲ ਦੇ ਸਿਗਨੇਚਰ ਕੀਤੇ ਆਈ ਕਾਰਡ ਸਾਰੇ 200 ਕਿਸਾਨਾਂ ਨੇ ਆਪਣੇ ਗਲਾਂ ਦੇ ਵਿੱਚ ਪਾਏ ਹੋਏ ਸੀਗੇ ਤੇ ਪੂਰਾ ਜਿਹੜਾ ਡਿਸਪਲਿਨ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਚੱਲਿਆ। ਸੰਸਦ ਤੋਂ ਬਾਅਦ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਪਾਰਲੀਮੈਂਟ ਚਲਾਉਣਾ ਵੀ ਜਾਣਦਾ ਹੈ। ਟਿਕੈਤ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ ਆਖਿਰਕਾਰ ਹੁਣ ਸਵੀਕਾਰ ਕਰ ਹੀ ਲਿਆ ਹੈ ਕਿ ਜੋ ਦਿੱਲੀ ਦੀ ਸਰਹੱਦ ਤੇ ਬੈਠੇ ਨੇ ਉਹ ਕਿਸਾਨ ਹੀ ਨੇ। उन्होंने सानू स्वीकार कर ही लिया। जो दिल्ली के चारों तरफ बैठा हुआ है वो किसान है। अभी तो किसान ही नहीं मान रहे थे, आज पक्की मोहर सरकार की लग के आई कि वे किसान हैं, अपनी बात रख सकते हैं। पार्लियामेंट के बाहर किसान पार्लियामेंट चलाना भी जानता है और जो पार्लियामेंट में लोग बैठे अगर वे आवाज नहीं उठाना तो उनकी आवाज दबाना भी जानते हैं। किसान लीडर रुलदू सिंह ने कहा कि भारत ਦੇ 1 ਅਰਬ 30 ਕਰੋੜ ਲੋਕ ਨੇ, ਉਹਨਾਂ ਨੂੰ ਅਸੀਂ ਅੰਨ ਵੀ ਪੈਦਾ ਕਰਕੇ ਦੇਵਾਂਗੇ ਅਤੇ ਅੰਦੋਲਨ ਵੀ ਕਰਾਂਗੇ। ਇਸ ਦਰਮਿਆਨ ਕੇਰਲਾ ਦੇ 20 ਸੰਸਦ ਮੈਂਬਰ ਵੀ ਕਿਸਾਨਾਂ ਦੀ ਸੰਸਦ ਦੇ ਵਿੱਚ ਪਹੁੰਚੇ, ਪਰ ਕਿਸਾਨਾਂ ਨੇ ਸਿਆਸੀ ਲੀਡਰਾਂ ਨਾਲ ਸਟੇਜ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਸੰਸਦ ਮੈਂਬਰ ਉੱਥੇ ਹੀ ਦਰਸ਼ਕਾਂ ਦੇ ਵਜੋਂ ਬੈਠ ਗਏ ਤੇ ਕਾਰਵਾਈ ਦੇਖਣ ਲੱਗ ਪਏ। ਸੋ ਕਿਸਾਨਾਂ ਦੀ ਸੰਸਦ ਹੁਣ ਉਦੋਂ ਤੱਕ ਚੱਲੇਗੀ ਜਦੋਂ ਤੱਕ ਭਾਰਤੀ ਸੰਸਦ ਚੱਲੇਗੀ। ਸਵੇਰੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕਿਸਾਨ ਸੰਸਦ ਚੱਲੇਗੀ। ਦਿੱਲੀ ਪੁਲਿਸ ਜਿੱਥੇ ਵੀ ਕਿਸਾਨਾਂ ਨੂੰ ਰੋਕੇਗੀ ਉੱਥੇ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਰੁਕ ਜਾਣਗੇ ਤੇ ਉੱਥੇ ਹੀ ਬੈਠ ਕੇ ਆਪਣੀ ਸੰਸਦ ਲਾਉਣਗੇ। ਸੋ ਕਿਸਾਨਾਂ ਨੇ 2024 ਤੱਕ ਦਿੱਲੀ ਦੀਆਂ ਬਰੂਹਾਂ ਤੇ ਬੈਠਣ ਦਾ ਐਲਾਨ ਤਾਂ ਪਹਿਲਾਂ ਹੀ ਕਰ ਦਿੱਤਾ ਸੀ, ਪਰ ਸਰਕਾਰ ਹੈ ਜਿਹੜੀ ਉਹ ਹੋਰ ਕਿੰਨਾ ਕੁ ਚਿਰ ਹੱਠ ਰੱਖਦੀ ਹੈ, ਇਹ ਜ਼ਰੂਰ ਦੇਖਣ ਵਾਲੀ ਗੱਲ ਹੈ। ਸੋ ਇਸ ਦਰਮਿਆਨ ਕੀ ਕੁਝ ਹੋਇਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ। ਜੰਤਰ ਮੰਤਰ ਤੇ ਕਿਸਾਨ ਸੰਸਦ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਨੇਤਾ ਹਨਨ ਮੁੱਲਾ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਚੁੱਕਣ ਲਈ ਸਾਰੇ ਸੰਸਦ ਮੈਂਬਰਾਂ ਨੂੰ ਚਿੱਠੀ ਭੇਜੀ, ਪਰ ਸੰਸਦ ਵਿੱਚ ਕਿਸਾਨਾਂ ਦੇ ਮਸਲੇ ਨਹੀਂ ਚੁੱਕੇ ਜਾ ਰਹੇ, ਇਹਨਾਂ ਨੇ ਇਲਜ਼ਾਮ ਲਾਇਆ। ਇਸ ਮੌਕੇ ਯੋਗੇਂਦਰ ਯਾਦਵ ਨੇ ਕਿਹਾ ਕਿ ਜੰਤਰ ਮੰਤਰ ਤੇ ਕਿਸਾਨ ਸਰਕਾਰ ਕੋਲ ਇਹ ਸਾਬਤ ਕਰਨ ਆਏ ਨੇ ਕਿ ਅਸੀਂ ਮੂਰਖ ਨਹੀਂ ਹਾਂ। ਬਰਤਾਨੀਆ ਦੀ ਸੰਸਦ ਵਿੱਚ ਕਿਸਾਨਾਂ ਦੇ ਮਸਲਿਆਂ ਤੇ ਚਰਚਾ ਹੋ ਰਹੀ ਹੈ, ਪਰ ਸਾਡੀ ਸਰਕਾਰ ਚੁੱਪ ਕਰਕੇ ਬੈਠੀ ਹੈ। ਸ਼ਿਵ ਕੁਮਾਰ ਕੱਕਾ ਕਿਸਾਨ ਲੀਡਰ, ਉਹਨਾਂ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਸਰਕਾਰ ਨੇ ਜਿਨ੍ਹਾਂ ਲੋਕਾਂ ਦੀ ਜਾਸੂਸੀ ਕਰਵਾਈ ਹੈ ਉਹਦੇ ਵਿੱਚ ਕਿਸਾਨ ਲੀਡਰ ਵੀ ਸ਼ਾਮਲ ਨੇ, ਯਾਨੀ ਕਿ ਪੈਗਾਸਸ ਜਾਸੂਸੀ ਜਿਹੜੀ ਹੈਗੀ ਹੈ ਉਹਦੀ ਗੱਲਬਾਤ ਚੱਲ ਰਹੀ ਹੈ, ਉਹ ਤੇ ਕਿਸਾਨਾਂ ਨੂੰ ਵੀ ਸ਼ੱਕ ਹੈ। ਸੋ ਜਦੋਂ ਸਿੰਘੂ ਬਾਰਡਰ ਤੋਂ ਕਿਸਾਨ ਚੱਲੇ ਤਾਂ ਬਾਹਰ ਨਿਕਲਦਿਆਂ ਹੀ 1.5 ਕਿਲੋਮੀਟਰ ਦੂਰੀ ਤੇ ਮੰਤਰਮ ਪੈਲੇਸ ਦੇ ਕੋਲ ਕਿਸਾਨਾਂ ਨੂੰ ਰੋਕਿਆ ਗਿਆ। ਬੱਸਾਂ ਦੀ ਚੈਕਿੰਗ ਪੁਲਿਸ ਦੇ ਵੱਲੋਂ ਕੀਤੀ ਗਈ। ਕਿਸਾਨ ਲੀਡਰ ਰਾਜੇਵਾਲ ਨੇ ਕਿਹਾ ਕਿ ਪੁਲਿਸ ਸਾਡਾ ਵਕਤ ਬਰਬਾਦ ਕਰ ਰਹੀ ਹੈ, ਸਾਡੀ ਸੰਸਦ ਦਾ ਸਮਾਂ ਜਾਣਬੁੱਝ ਕੇ ਲੇਟ ਕੀਤਾ ਜਾ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਅਸੀਂ ਸੁਚੇਤ ਹੋਏ ਹਾਂ, ਸੋਚ ਸਮਝ ਕੇ ਹੀ 200 ਲੋਕਾਂ ਦੀ ਲਿਸਟ ਹੈ ਜਿਹੜੀ ਉਹ ਬਣਾਈ ਗਈ ਹੈ। जो दिल्ली के चारों तरफ बैठा हुआ है वो किसान है। अभी तो किसान ही नहीं मान रहे थे, आज पक्की मोहर सरकार की लग के आई कि वे किसान हैं, अपनी बात रख सकते हैं। पार्लियामेंट के बाहर किसान पार्लियामेंट चलाना भी जानता है और जो पार्लियामेंट में लोग बैठे अगर वे आवाज नहीं उठाना तो उनकी आवाज दबाना भी जानते हैं।
ਟਿਕੈਤ ਨੇ ਕਿਹਾ ਕਿ ਪੁਲਿਸ ਦੀ ਇਹ ਮੁਹਿੰਮ ਤਾਂ ਇੱਕ ਮੁਲਕ ਤੋਂ ਦੂਸਰੇ ਮੁਲਕ ਤੱਕ ਜਾਣ ਵਾਸਤੇ ਚਲਾਈ ਜਾਂਦੀ ਹੈ। ਪਾਸਪੋਰਟ ਜਦੋਂ ਚੈੱਕ ਕੀਤੇ ਜਾਂਦੇ ਨੇ, ਇੱਕ ਮੁਲਕ ਤੋਂ ਦੂਸਰੇ ਮੁਲਕ ਜਾਂਦੇ ਆ ਤਾਂ ਸਾਡੇ ਪਾਸਪੋਰਟ ਤੇ ਹੋਰ ਕਾਗਜ਼ਾਤ ਚੈੱਕ ਕੀਤੇ ਜਾਂਦੇ ਨੇ ਤੇ ਇੱਥੇ ਸਾਨੂੰ ਆਪਣੀ ਰਾਜਧਾਨੀ ਦੇ ਵਿੱਚ ਜਾਣ ਲਈ ਹੀ ਚੈਕਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਿਰਫ ਸਮਾਂ ਬਰਬਾਦ ਕਰਨ ਦੀ ਕੋਸ਼ਿਸ਼ ਹੈ। ਟਿਕੈਤ ਨੇ ਕਿਹਾ ਕਿ ਅਸੀਂ ਕੋਈ ਗੁੰਡੇ ਨਹੀਂ ਹੈਗੇ ਜੋ ਗੁੰਡਾਗਰਦੀ ਕਰਾਂਗੇ। ਕਿਸਾਨ ਲੀਡਰਾਂ ਨੇ ਇਹ ਵੀ ਕਿਹਾ ਕਿ ਸਾਡੀ ਇਸ ਤਰੀਕੇ ਦੇ ਨਾਲ ਸਿੰਘੂ ਬਾਰਡਰ ਤੋਂ ਲੈ ਕੇ ਜੰਤਰ ਮੰਤਰ ਤੱਕ ਚੈਕਿੰਗ ਕੀਤੀ ਗਈ ਜਿਵੇਂ ਅਸੀਂ ਅੱਤਵਾਦੀ होइए। रोक रहा के रेट चेकिंग कर रहे हैं। ऐसा हो रहा कि जैसा एक देश से दूसरे देश में कहीं एंट्री हो रही हो और ऐसा अभियान चल रहा है पूरा। ये तो ऐसा जब होता था, जब हम स्पेन से फ्रांस गए तो इसी तरह का होता, जब चेकिंग अभियान चलता था एक कंट्री से दूसरी कंट्री, तो ऐसे अभियान चल रहा है। जैसे पासपोर्ट लेकर उसकी इंक्वायरी हो रही पूरी वो रहती है पुलिस फोर्स की कि रास्ते में टाइम व्यतीत कर दो, जो पर्टिकुलर एक स्थान है वहाँ पे लोग ना जाएं। ਤੇ ਕਿਸਾਨ ਜਦੋਂ ਜੰਤਰ ਮੰਤਰ ਦੇ ਨੇੜੇ ਪਹੁੰਚੇ ਤਾਂ ਇੱਥੇ ਸਖਤ ਸੁਰੱਖਿਆ ਘੇਰਾ ਸੀ। ਪਾਰਲੀਮੈਂਟ ਸਟਰੀਟ ਦੇ ਨੇੜੇ ਪਹੁੰਚਣ ਤੇ ਹੀ ਪਾਣੀ ਦੀਆਂ ਤੋਪਾਂ, ਅਥਰੂ ਗੈਸ ਦੇ ਗੋਲੇ ਤੇ ਲਾਠੀਆਂ ਦੇ ਨਾਲ ਪੁਲਿਸ ਕਿਸਾਨਾਂ ਦੀ ਉਡੀਕ ਕਰ ਰਹੀ ਸੀ। ਹਾਲਾਂਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਗਿਆ ਕਿਉਂਕਿ ਕਿਸਾਨ ਪੂਰੇ ਸ਼ਾਂਤਮਈ ਸੀਗੇ। ਕਿਸਾਨਾਂ ਨੇ ਨਾਅਰੇਬਾਜ਼ੀ ਵੀ ਕੀਤੀ ਜੋ ਬੈਰੀਕੇਡਿੰਗ ਲਾ ਦਿੱਤੀ ਗਈ ਤੇ ਇਸ ਮੌਕੇ ਮੀਡੀਆ ਨੂੰ ਵੀ ਦਿੱਲੀ ਪੁਲਿਸ ਨੇ ਕਵਰੇਜ ਕਰਨ ਤੋਂ ਰੋਕਿਆ। ਕਿਸਾਨ ਸੰਸਦ ਤੋਂ ਬਾਅਦ ਹੁਣ ਜੇ ਸਰਕਾਰ ਦੀ ਸੰਸਦ ਦੀ ਗੱਲ ਕਰ ਲਈਏ ਤਾਂ ਸੰਸਦ ਦੇ ਅੰਦਰ ਤੇ ਬਾਹਰ ਵਿਰੋਧ ਦੇਖਣ ਨੂੰ ਮਿਲਿਆ। 22 ਜੁਲਾਈ ਨੂੰ ਹੀ ਸੰਸਦ ਦੇ ਮੌਨਸੂਨ ਇਜਲਾਸ ਦੇ ਤੀਸਰੇ ਦਿਨ ਵੀ ਹੰਗਾਮਾ ਹੋਇਆ। ਕਿਸਾਨੀ ਮੁੱਦਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਜ਼ਬਰਦਸਤ ਹੰਗਾਮਾ ਕੀਤਾ, ਜਿਸ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕਈ ਵਾਰੀ ਮੁਲਤਵੀ ਕਰਨ ਤੋਂ ਬਾਅਦ ਪੂਰੇ ਦਿਨ ਲਈ ਚੁੱਕ ਦਿੱਤੀ ਗਈ। ਕਿਸਾਨਾਂ ਦੇ ਸੰਸਦ ਪਹੁੰਚਣ ਤੋਂ ਪਹਿਲਾਂ ਸਾਰੇ ਕਾਂਗਰਸ ਐਮਪੀ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਵਿਰੋਧ ਕਰਦੇ ਦੇਖੇ ਗਏ। ਰਾਹੁਲ ਗਾਂਧੀ ਦੀ ਹਾਜ਼ਰੀ ਦੇ ਵਿੱਚ ਕਾਂਗਰਸ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਮੁਜ਼ਾਹਰਾ ਕੀਤਾ। ਜੰਤਰ ਮੰਤਰ ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ। ਪੁਲਿਸ ਦੇ ਅਰਧ ਸੈਨਾ ਦੇ ਜਵਾਨ ਤੈਨਾਤ ਕੀਤੇ ਗਏ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਕਿਸਾਨਾਂ ਦੇ ਹੱਕ ਵਿੱਚ ਲਿਖੇ ਨਾਅਰਿਆਂ ਦੀਆਂ ਤਖਤੀਆਂ ਦਿਖਾਈਆਂ। ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਬਾਹਰ ਖੇਤੀਬਾੜੀ ਮੰਤਰੀ ਨੂੰ ਘੇਰ ਲਿਆ। ਹਾਲਾਂਕਿ ਮੰਤਰੀ ਤੋਮਰ ਨੇ ਜਿਹੜੇ ਹੱਥ ਜੋੜਦੇ ਦੇਖੇ ਗਏ ਜਦੋਂ ਅੰਦਰ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਹੱਥ ਵੀ ਜੋੜੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ। ਭਗਵੰਤ ਮਾਨ ਨੇ ਦੱਸਿਆ ਕਿ ਕੰਮ ਰੋਕੂ ਮਤਾ ਪੇਸ਼ ਕਰਕੇ ਮੈਂ ਫਿਰ ਕਾਨੂੰਨਾਂ ਨੂੰ ਵਾਪਸ ਲੈਣ ਸੰਬੰਧੀ ਚਰਚਾ ਦਾ ਨੋਟਿਸ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 3 ਦਿਨਾਂ ਤੋਂ ਸੰਸਦ ਚੱਲ ਹੀ ਨਹੀਂ ਰਹੀ। ਹਰ ਦਿਨ ਮੈਂ ਮੁਲਤਵੀ ਨੋਟਿਸ ਦਿੰਦਾ ਹਾਂ, ਪਰ ਜੇ ਸਪੀਕਰ ਸਾਡੇ ਨੋਟਿਸ ਦਾ ਸਤਿਕਾਰ ਨਹੀਂ ਕਰਦੇ ਤਾਂ ਹੰਗਾਮਾ ਹੁੰਦਾ ਹੈ। ਸਰਕਾਰ ਕਿਸਾਨਾਂ ਦੀਆਂ ਮੰਗਾਂ ਲਈ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਇੱਥੇ ਪਿਕਨਿਕ ਨਹੀਂ ਮਨਾ ਰਹੇ, ਆਪਣੀਆਂ ਜਾਨਾਂ ਗਵਾ ਰਹੇ ਨੇ। ਵਿਰੋਧ ਦੌਰਾਨ ਸਾਡੇ ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੇ ਮੌਤਾਂ ਤੇ ਵੀ ਦੁੱਖ ਜ਼ਾਹਿਰ ਨਹੀਂ ਕੀਤਾ। ਇਹ ਖੇਤੀਬਾੜੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਨੇ, ਇਹਨਾਂ ਨੂੰ ਵਾਪਸ ਲੈਣਾ ਹੀ ਪਵੇਗਾ ਮੋਦੀ ਸਰਕਾਰ ਨੂੰ। ਭਗਵੰਤ ਮਾਨ ਨੇ ਵੀ ਦੱਸਿਆ ਕਿ ਇਸ ਵਾਰੀ 29 ਬਿੱਲ ਸੰਸਦ ਵਿੱਚ ਲਿਆਂਦੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਬਿਜਲੀ ਵਾਲਾ ਬਿੱਲ ਵੀ ਸ਼ਾਮਲ ਹੈ। ਉਸ ਤੋਂ ਬਾਅਦ ਬਿਜਲੀ ਤੇ ਵੀ ਕੇਂਦਰ ਦਾ ਹੱਕ ਹੋ ਜਾਏਗਾ, ਸੂਬਿਆਂ ਦਾ ਹੱਕ ਖਤਮ ਹੋ ਜਾਏਗਾ। ਇਸੇ ਦਰਮਿਆਨ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਮੁੜ ਤੋਂ ਬਿਆਨ ਦੇ ਰਹੇ ਨੇ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨੇ। ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਬਸ਼ਰਤੇ ਕਿਸਾਨ ਇਹ ਦੱਸਣ ਕਿ ਉਹਨਾਂ ਨੂੰ ਖੇਤੀਬਾੜੀ ਕਾਨੂੰਨਾਂ ਵਿਚਲੀ ਕਿਹੜੀ ਮੱਦ ਤੇ ਇਤਰਾਜ਼ ਹੈ। ਤੋਮਰ ਨੇ ਕਿਹਾ ਕਿ ਅੱਜ ਵੀ ਜੇ ਸਾਨੂੰ ਉਹ ਦੱਸਦੇ ਨੇ ਕਿ ਉਹਨਾਂ ਨੂੰ ਕਾਨੂੰਨ ਦੀ ਕਿਸ ਮੱਦ ਤੇ ਇਤਰਾਜ਼ ਹੈ ਤਾਂ ਅਸੀਂ ਉਸ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਸੋ ਸਰਕਾਰ ਦੇ ਚਲਾਕੀਆਂ ਭਰੇ ਬਿਆਨ ਨੇ ਜਿਹੜੇ ਉਸੇ ਤਰ੍ਹਾਂ ਆ ਰਹੇ ਨੇ, ਜਦਕਿ ਕਿਸਾਨ ਵਾਰ-ਵਾਰ ਇਹ ਦੱਸ ਚੁੱਕੇ ਨੇ ਪਿਛਲੀਆਂ ਮੀਟਿੰਗਾਂ ਦੇ ਵਿੱਚ, ਕਿਉਂਕਿ ਅਸੀਂ ਖੁਦ ਵੀ ਕਵਰੇਜ ਕੀਤੀ ਹੈ। ਜਦੋਂ ਕਿਸਾਨ ਦੱਸ ਕੇ ਆਉਂਦੇ ਸੀ, ਲਿਖ ਕੇ ਲੈ ਕੇ ਜਾਂਦੇ ਸੀ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਕੀ ਮਾੜਾ ਹੈ, ਕੀ ਗਲਤ ਹੈ। ਪਰ ਤੋਮਰ ਨੇ ਸੰਸਦ ਦੇ ਬਾਹਰ ਦਾਅਵਾ ਕੀਤਾ ਕਿ ਦੇਸ਼ ਗਵਾਹ ਹੈ ਕਿ ਕਾਨੂੰਨ ਕਿਸਾਨ ਪੱਖੀ ਨੇ ਤੇ ਸਾਰਿਆਂ ਦੇ ਹਿੱਤ ਵਿੱਚ ਨੇ। ਇਸ ਮੌਕੇ ਪੰਜਾਬ ਤੋਂ ਬੀਜੇਪੀ ਦੇ ਲੀਡਰ ਸੁਰਜੀਤ ਜਿਆਣੀ ਨੇ ਵੀ ਇਹੋ ਜਿਹਾ ਹੀ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਹਾਲੇ ਤੱਕ ਖੇਤੀ ਕਾਨੂੰਨਾਂ 'ਚ ਕੋਈ ਖਰਾਬੀ ਨਹੀਂ ਦੱਸੀ, ਬਸ ਖੇਤੀ ਕਾਨੂੰਨ ਰੱਦ ਕਰਾਉਣ ਤੇ ਅੜੇ ਪਏ ਨੇ। ਸਰਕਾਰ ਨੇ ਕਿਸਾਨਾਂ ਦੀ ਹਰੇਕ ਗੱਲ ਮੰਨੀ ਹੈ। ਕਿਸਾਨ ਜਥੇਬੰਦੀਆਂ ਦੇਸ਼, ਪੰਜਾਬ ਤੇ ਕਿਸਾਨੀ ਦਾ ਸੱਤਿਆਨਾਸ਼ ਕਰਨ ਤੇ ਲੱਗੀਆਂ ਹੋਈਆਂ ਨੇ। ਮਸਲੇ ਦਾ ਹੱਲ ਇਹੀ ਹੈ ਕਿ ਕਿਸਾਨ ਜਥੇਬੰਦੀਆਂ ਕਿਸਾਨ ਹਿੱਤ ਵਿੱਚ ਗੱਲ ਕਰਨ। ਜਾਣੀ ਨੇ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਕਰਜ਼ੇ ਵਿੱਚ ਕੱਢਣਾ ਮੋਦੀ ਸਰਕਾਰ ਦੀ ਪਹਿਲ ਹੈ, ਪਰ ਕਿਸਾਨ ਮੋਦੀ ਦਾ ਨੱਕ ਵੱਢਣਾ ਚਾਹੁੰਦੇ ਨੇ। ਬੀਜੇਪੀ ਲੀਡਰ ਹਰਜੀਤ ਗਰੇਵਾਲ ਉਹਨਾਂ ਨੇ ਕਿਹਾ ਕਿ ਸ਼ਾਂਤਮਈ ਤੇ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਅੰਦੋਲਨ ਕਰਨ ਦਾ ਹਰ ਕਿਸੇ ਨੂੰ ਅਧਿਕਾਰ ਹੈ। ਜੰਤਰ ਮੰਤਰ ਤੇ ਸਮੇਂ-ਸਮੇਂ ਤੇ ਵੱਖ-ਵੱਖ ਵਰਗਾਂ ਦੇ ਲੋਕ ਅੰਦੋਲਨ ਕਰਦੇ ਰਹਿੰਦੇ ਨੇ ਤੇ ਕਿਸਾਨ ਅੰਦੋਲਨ ਕਰਨ, ਸਾਨੂੰ ਕੋਈ ਤਕਲੀਫ ਨਹੀਂ ਹੈ। ਪਰ ਇੱਥੇ ਕਿਸਾਨ ਹਿੱਤਾਂ ਦੀ ਕੋਈ ਗੱਲ ਨਹੀਂ ਹੋ ਰਹੀ, ਕਿਉਂਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਪਹਿਲਾਂ ਤੋਂ ਹੀ ਮੰਨ ਰੱਖੀ ਹੈ।
ਕਹਿੰਦੇ ਜ਼ਿੱਦ ਨਾਲ ਕੋਈ ਗੱਲ ਨਹੀਂ ਪੂਰੀ ਹੁੰਦੀ। ਕਿਸਾਨਾਂ ਦੀ ਸਰਕਾਰ ਦੇ ਨਾਲ ਗੱਲਬਾਤ ਕਰਵਾਉਣ ਲਈ 2-3 ਮਹੀਨੇ ਲਗਾਤਾਰ ਕਹਿੰਦੇ ਮੈਂ ਤੇ ਜਿਆਣੀ ਆਪਣਾ ਘਰ-ਬਾਰ ਛੱਡ ਕੇ ਦਿੱਲੀ ਬੈਠੇ ਰਹੇ ਹਾਂ। ਕਹਿੰਦੇ ਵਿਵਸਥਾ ਚਲਾਉਣ ਦੇ ਲਈ ਕਾਨੂੰਨ ਚਾਹੀਦੇ ਹੁੰਦੇ ਨੇ। ਸਰਕਾਰ ਨੇ ਕਹਿ ਦਿੱਤਾ ਕਾਨੂੰਨ ਰੱਦ ਨਹੀਂ ਹੋਣਗੇ, ਸੋਧਾਂ ਜ਼ਰੂਰ ਹੋ ਸਕਦੀਆਂ ਨੇ। ਉਧਰ ਸੰਯੁਕਤ ਕਿਸਾਨ ਮੋਰਚੇ ਨੇ ਜਾਣਕਾਰੀ ਦਿੱਤੀ ਹੈ ਕਿ ਹਰਿਆਣਾ ਦੇ ਸਿਰਸਾ ਦੇ ਵਿੱਚ 80 ਸਾਲਾ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਦਾ ਮਰਨ ਵਰਤ ਹੈ ਜਿਹੜਾ 5ਵੇਂ ਦਿਨ 'ਚ ਦਾਖਲ ਹੋ ਗਿਆ। ਸਿਰਸਾ ਦੀ ਸਿਹਤ ਖਰਾਬ ਹੋ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਸਿਰਸਾ ਦੀ ਸਿਹਤ ਵਿਗੜਨ ਤੋਂ ਬਾਅਦ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਗ੍ਰਿਫਤਾਰ ਕੀਤੇ 5 ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਖਿਲਾਫ ਕੀਤੇ ਸਾਰੇ ਕੇਸ ਵਾਪਸ ਲਏ ਜਾਣ। ਹੁਣ ਦੇਖਣਾ ਹੋਏਗਾ ਕਿ ਹਰਿਆਣੇ ਦੀ ਸਰਕਾਰ ਹੈ ਉਸ ਚੇਤਾਵਨੀ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ, ਕਿਉਂਕਿ ਕਿਸਾਨ ਲੀਡਰ ਲਗਾਤਾਰ ਜਿਹੜੇ ਸਿਰਸਾ ਹੈਗੇ ਨੇ 5ਵੇਂ ਦਿਨ ਭੁੱਖ ਹੜਤਾਲ ਤੇ ਨੇ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਇੱਕ ਟੀਵੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਦਿੱਲੀ ਅੰਦੋਲਨ ਤੋਂ ਪਰਤੇ ਜਿਹੜੇ ਵੀ ਪੰਜਾਬ ਦੇ ਕਿਸਾਨਾਂ ਦੀਆਂ ਮੌਤਾਂ ਹੋਈਆਂ ਨੇ, ਸਾਡੀ ਸਰਕਾਰ ਕੋਲੇ ਉਹਨਾਂ ਮੌਤਾਂ ਦਾ ਕੋਈ ਰਿਕਾਰਡ ਨਹੀਂ ਹੈ। ਸਿੱਧੂ ਨੇ ਕਿਹਾ ਕਿ ਸੂਬੇ ਦੇ ਨਾਲ ਕੋਵਿਡ ਨਾਲ ਜੋ ਵੀ ਮੌਤਾਂ ਹੋਈਆਂ ਹਨ ਉਹਨਾਂ ਦੇ ਪੂਰੇ ਵੇਰਵੇ ਸਰਕਾਰ ਕੋਲ ਹਨ, ਚਾਹੇ ਉਹ ਕਿਸਾਨ ਹੋਣ ਜਾਂ ਫਿਰ ਆਮ ਲੋਕ, ਪਰ ਵੱਖਰੇ ਤੌਰ ਤੇ ਸਾਡੇ ਕੋਲ ਕੁਝ ਨਹੀਂ ਹੈ ਕਿ ਦਿੱਲੀ ਤੋਂ ਆਏ ਕਿਸਾਨਾਂ ਦੀਆਂ ਕਿੰਨੀਆਂ ਮੌਤਾਂ ਹੋਈਆਂ ਨੇ, ਸਾਡੇ ਕੋਲ ਕੋਈ ਸੂਚੀ ਨਹੀਂ ਹੈ। ਕਾਂਗਰਸ ਦੇ ਕਲੇਸ਼ ਦੀ ਗੱਲ ਕਰ ਲਈਏ ਤਾਂ ਕਿਹਾ ਜਾ ਸਕਦਾ ਹੈ ਕਿ ਰੁੱਤ ਰੁੱਸਿਆਂ ਨੂੰ ਮਨਾਉਣ ਦੀ ਹੁਣ ਆ ਗਈ ਹੈ। ਕਾਂਗਰਸ ਹਾਈਕਮਾਨ ਨੇ ਕਈ ਚਿਰ ਤੋਂ ਚੱਲੇ ਇਸ ਕਲੇਸ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ, ਪਰ ਇਹ ਕਲੇਸ਼ ਸੁਲਝ ਨਹੀਂ ਰਿਹਾ ਸੀ। ਪਰ ਹੁਣ ਖਬਰਾਂ ਮਿਲ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਦੇ ਲਈ ਨਵਜੋਤ ਸਿੰਘ ਸਿੱਧੂ ਖੁਦ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਜਾਣਗੇ, ਸਿਸਵਾਂ ਜਾਣਗੇ। ਤਾਜਪੋਸ਼ੀ ਸਮਾਗਮ ਵਿੱਚ ਸ਼ਾਮਿਲ ਹੋਣ ਦੇ ਲਈ ਕੈਪਟਨ ਨੂੰ ਬੇਨਤੀ ਕਰਨਗੇ, ਪਰ ਹੁਣ ਸਿੱਧੂ ਨੇ ਚਿੱਠੀ ਹੈ ਜਿਹੜੀ ਉਹ ਭੇਜ ਦਿੱਤੀ ਹੈ, ਜਿਸ ਨੂੰ ਕੈਪਟਨ ਨੇ ਮੰਨ ਲਿਆ। ਅਗਲੀ ਖਬਰ ਦੇ ਵਿੱਚ ਦੱਸਾਂਗੇ। ਸਿੱਧੂ ਦੇ ਨਾਲ ਉਹਨਾਂ ਦੇ ਹਮਾਇਤੀ ਵਿਧਾਇਕਾਂ ਦੀ ਫੌਜ ਦੇ ਜਾਣ ਦੀ ਵੀ ਖਬਰ ਹੈ, ਕਿਉਂਕਿ ਸ਼ੁੱਕਰਵਾਰ ਨੂੰ ਹੀ ਸਿੱਧੂ ਦੀ ਤਾਜਪੋਸ਼ੀ ਹੋਣੀ ਹੈ 11 ਵਜੇ। ਉਸ ਤੋਂ ਪਹਿਲਾਂ 10 ਵਜੇ ਕਹਿੰਦੇ ਸਿੱਧੂ ਖੁਦ ਜਾ ਕੇ ਮਿਲ ਸਕਦੇ ਨੇ। ਸਿੱਧੂ ਦਾ ਤਾਜਪੋਸ਼ੀ ਸਮਾਗਮ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਵਜੋਂ ਸ਼ੁੱਕਰਵਾਰ 23 ਜੁਲਾਈ ਨੂੰ ਸਵੇਰੇ 11 ਵਜੇ ਹੋਵੇਗਾ ਤੇ ਕਾਂਗਰਸ ਦੀ ਕੌਮੀ ਲੀਡਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਹਰਿਆਣਾ, ਰਾਜਸਥਾਨ ਤੇ ਹਿਮਾਚਲ ਤੋਂ ਵੀ ਵੱਡੇ ਨੇਤਾ ਨੇ, ਜਿਹੜੇ ਵੱਡੇ ਲੀਡਰ ਨੇ, ਉਹ ਸ਼ਾਮਿਲ ਹੋਣਗੇ। ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ। ਇਸ ਦੀ ਪੁਸ਼ਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੰਜਾਬ ਕਾਂਗਰਸ ਦੇ ਵਿਧਾਇਕਾਂ, ਸਾਂਸਦਾਂ ਤੇ ਸੀਨੀਅਰ ਪਾਰਟੀ ਮੈਂਬਰਾਂ ਨੂੰ ਪੰਜਾਬ ਭਵਨ ਤੇ ਸ਼ੁੱਕਰਵਾਰ ਸਵੇਰੇ 10 ਵਜੇ ਚਾਹ ਦਾ ਸੱਦਾ ਦਿੱਤਾ ਹੈ, ਜਿਸ ਤੋਂ ਬਾਅਦ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਟੀਮ ਦੀ ਸਥਾਪਨਾ ਦੇ ਲਈ ਪੰਜਾਬ ਕਾਂਗਰਸ ਭਵਨ ਜਾਵਾਂਗੇ। ਯਾਨੀ ਇਸ ਗੱਲ ਤੇ ਮੋਹਰ ਲੱਗ ਚੁੱਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ। ਹੁਣ ਇਸ ਗੱਲ ਦੀ ਉਡੀਕ ਰਹੇਗੀ ਕਿ ਨਵਜੋਤ ਸਿੰਘ ਸਿੱਧੂ ਇਕੱਠੇ ਕੁਰਸੀਆਂ ਤੇ ਬਹਿੰਦੇ ਨੇ, ਇੱਕ ਦੂਸਰੇ ਨੂੰ ਜੱਫੀ ਪਾਉਂਦੇ ਨੇ, ਗੱਲਬਾਤ ਕਰਦੇ ਨੇ, ਜਾਂ ਫਿਰ ਰੁੱਸੇ ਹੀ ਦਿਖਾਈ ਦਿੰਦੇ ਨੇ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਭਵਨ ਪਹੁੰਚ ਸਕਦੇ ਨੇ, ਕਿਉਂਕਿ ਸਾਰੇ ਵਿਧਾਇਕਾਂ ਤੇ ਸਾਂਸਦਾਂ ਨੂੰ ਕੈਪਟਨ ਨੇ ਬੁਲਾਇਆ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿਧਾਇਕ ਵੀ ਨੇ। ਮੁੱਖ ਮੰਤਰੀ ਨਾਲ ਇੱਥੇ ਹੀ ਸੁਲਹ ਸਫਾਈ ਹੋ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਦੋਵੇਂ ਇਕੱਠੇ ਫਿਰ ਪੰਜਾਬ ਭਵਨ ਚੋਂ ਪੰਜਾਬ ਕਾਂਗਰਸ ਭਵਨ ਦੇ ਲਈ ਰਵਾਨਾ ਹੋਣ, ਪਰ ਹਾਲੇ ਤੱਕ ਸਰਕਾਰੀ ਤੌਰ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਚਿੱਠੀ ਲਿਖੀ ਹੈ ਉਸ ਦੇ ਵਿੱਚ ਲਿਖਿਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੈਨੂੰ ਪੰਜਾਬ ਇਕਾਈ ਦਾ ਪ੍ਰਧਾਨ ਲਾਇਆ ਹੈ। ਚਿੱਠੀ ਦੇ ਵਿੱਚ ਕੈਪਟਨ ਨੂੰ ਪੰਜਾਬ ਕਾਂਗਰਸ ਦਾ ਸਭ ਤੋਂ ਸੀਨੀਅਰ ਮੈਂਬਰ ਹੋਣ ਦੇ ਨਾਤੇ ਨਵੀਂ ਟੀਮ ਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚਣ ਦੀ ਅਪੀਲ ਸਿੱਧੂ ਨੇ ਕੀਤੀ ਹੈ। ਸਿੱਧੂ ਨੇ ਕੈਪਟਨ ਨੂੰ ਲਿਖਿਆ ਹੈ ਕਿ ਪੰਜਾਬ ਦੇ ਮੁੱਦਿਆਂ ਅਤੇ ਹਰੇਕ ਪੰਜਾਬੀ ਦੀ ਭਲਾਈ ਲਈ ਹਾਈ ਕਮਾਂਡ ਦੇ 18 ਨੁਕਾਤੀ ਏਜੰਡੇ ਬਾਰੇ ਮੇਰੀ ਵਚਨਬੱਧਤਾ ਤੋਂ ਤੁਸੀਂ ਤੇ ਸਾਰੇ ਭਲੀ ਭਾਂਤ ਜਾਣੂ ਹੋ। ਮੈਂ ਕਾਂਗਰਸ ਵਰਕਰਾਂ ਦੀਆਂ ਦੁਆਵਾਂ ਨਾਲ ਇਸ ਉੱਤੇ ਅਡਿੱਗ ਹਾਂ ਤੇ ਰਹਾਂਗਾ। ਮੇਰਾ ਕੋਈ ਨਿੱਜੀ ਏਜੰਡਾ ਨਹੀਂ ਹੈ, ਸਿਰਫ ਲੋਕ ਪੱਖੀ ਏਜੰਡਾ ਹੈ। ਪੰਜਾਬ ਦੇ ਵਿਧਾਇਕਾਂ ਤੇ ਕੁਝ ਸੰਸਦ ਮੈਂਬਰਾਂ ਨੇ ਵੀ ਵੱਖਰੀ ਚਿੱਠੀ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ, ਸਿੱਧੂ ਤੇ 4 ਹੋਰ ਕਾਰਜਕਾਰੀ ਪ੍ਰਧਾਨਾਂ ਨੂੰ ਆਸ਼ੀਰਵਾਦ ਦੇਣ ਦੀ ਅਪੀਲ ਕੀਤੀ ਹੈ। ਹਾਲਾਂਕਿ ਕੈਪਟਨ ਇਸ ਤੋਂ ਪਹਿਲਾਂ ਕਹਿ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਮੇਰੇ ਬਾਰੇ ਕੀਤੀਆਂ ਟਿੱਪਣੀਆਂ ਬਾਰੇ ਜਨਤਕ ਮਾਫੀ ਮੰਗਣ, ਪਰ ਹੁਣ ਸਾਫ਼ ਹੈ ਕਿ ਕੈਪਟਨ ਸਿੱਧੂ ਦੇ ਤਾਜਪੋਸ਼ੀ ਸਮਾਗਮ ਦੇ ਵਿੱਚ ਪਹੁੰਚ ਰਹੇ ਨੇ। ਇਸੇ ਦਰਮਿਆਨ ਨਵਜੋਤ ਸਿੰਘ ਸਿੱਧੂ ਦੀ ਇੱਕ ਤਸਵੀਰ ਤੇ ਵਿਵਾਦ ਵੀ ਛਿੜਿਆ। ਅਕਾਲੀ ਲੀਡਰ ਚਰਨਜੀਤ ਬਰਾੜ ਨੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਸਿੱਧੂ ਦੇ ਹੱਥ ਵਿੱਚ ਇੰਦਰਾ ਗਾਂਧੀ ਦੀ ਤਸਵੀਰ ਫੜੀ ਹੋਈ ਦਿਖਾਈ ਗਈ ਹੈ। ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਅਜਿਹਾ ਕਰਕੇ ਸਿੱਧੂ ਨੇ ਪੰਜਾਬੀਆਂ ਦੇ ਜ਼ਖਮ ਨੂੰ ਤਾਜ਼ਾ ਕੀਤਾ ਹੈ।
ਚਰਨਜੀਤ ਬਰਾੜ ਨੇ ਲਿਖਿਆ ਕਿ ਸਿੱਧੂ ਸਾਹਿਬ ਦਰਬਾਰ ਸਾਹਿਬ ਢਾਉਣ ਵਾਲੀ ਹੁਕਮਰਾਨ ਦੀ ਤਸਵੀਰ ਉਸੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸਮੇਂ ਲਹਿਰਾ ਕੇ ਤੁਸੀਂ ਕੀ ਸਾਬਿਤ ਕਰ ਰਹੇ ਹੋ? ਸਿਰਫ ਕਾਂਗਰਸ ਪ੍ਰਧਾਨ ਹੀ ਬਣੇ ਹੋ, ਕਿੰਨਾ ਹਾਲਾਤਾਂ ਵਿੱਚ ਕਿੰਨੇ ਤਰਲੇ ਮਿੰਨਤਾਂ ਕਰਕੇ ਬਣੇ ਹੋ ਇਹ ਸਾਰਾ ਜੱਗ ਜਾਣਦਾ ਹੈ। ਪਰ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੀ ਆਦਤ ਨਾਲ ਹਰ ਵਾਰੀ ਇਸ ਕਦਰ ਗਿਰ ਜਾਂਦੇ ਹੋ, ਲੱਖ ਲਾਨਤ ਹੈ ਬੇਸ਼ਰਮੀ ਦੀ। ਇਸ ਦੇ ਪਲਟਵਾਰ ਦੇ ਵਿੱਚ ਰਾਜਾ ਵੜਿੰਗ ਨੇ ਇਸ ਤਸਵੀਰ ਨੂੰ ਫੇਕ ਦੱਸਿਆ, ਝੂਠੀ ਦੱਸਿਆ, ਜਾਲੀ ਦੱਸਿਆ। ਵੜਿੰਗ ਨੇ ਕਿਹਾ ਕਿ ਸਿੱਧੂ ਨੇ ਇੰਦਰਾ ਗਾਂਧੀ ਦੀ ਨਹੀਂ ਬਲਕਿ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ, ਜਿਸ ਨੂੰ ਐਡਿਟ ਕਰਕੇ ਪੇਸ਼ ਕੀਤਾ ਗਿਆ। ਵੜਿੰਗ ਨੇ ਅਕਾਲੀ ਦਲ ਤੇ ਹੋਛੀ ਸਿਆਸਤ ਕਰਨ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਅਕਾਲੀ ਲੀਡਰ ਚਰਨਜੀਤ ਬਰਾੜ ਦੇ ਵੱਲੋਂ ਨਵਜੋਤ ਸਿੱਧੂ ਦੀ ਫੋਟੋ ਐਡਿਟ ਕਰਕੇ ਪਾਉਣਾ ਇੱਕ ਹੇਠਲੇ ਪੱਧਰ ਦੀ ਸੋਚ ਨੂੰ ਦਰਸਾਉਂਦਾ ਹੈ। ਹੁਣ ਵਿਰੋਧੀ ਪਾਰਟੀਆਂ ਦੇ ਕੋਲ ਵਿਰੋਧ ਕਰਨ ਲਈ ਕੁਝ ਨਹੀਂ ਰਿਹਾ, ਉਹ ਇਹ ਘਟੀਆ ਕਿਸਮ ਦੀਆਂ ਕੁਝੀਆਂ ਹਰਕਤਾਂ ਕਰ ਰਹੇ ਨੇ। ਪਰ ਯਾਦ ਰੱਖਿਓ, ਪੰਜਾਬ ਦੇ ਲੋਕ ਸਭ ਜਾਣਦੇ ਨੇ ਅਕਾਲੀ ਦਲ ਨੂੰ ਹੁਣ ਮੂੰਹ ਨਹੀਂ ਲਾਉਣਗੇ। ਸੋ ਇਹ ਸਭ ਜਦੋਂ ਹੋਇਆ, ਜਦੋਂ ਵੀਡੀਓ ਵੀ ਸਾਹਮਣੇ ਆ ਗਈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਹੱਥ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਫੜੀ ਸੀ, ਉਸ ਨੂੰ ਆਪਣੇ ਸਿਰ ਤੇ ਵੀ ਰੱਖਿਆ ਸੀ, ਤਾਂ ਇਹ ਸਪਸ਼ਟ ਹੋ ਗਿਆ ਕਿ ਤਸਵੀਰ ਜਾਲੀ ਹੈ। ਉਸ ਤੋਂ ਬਾਅਦ ਚਰਨਜੀਤ ਬਰਾੜ ਨੇ ਇਸ ਤੇ ਮਾਫੀ ਵੀ ਮੰਗੀ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਤਸਵੀਰ ਐਡਿਟ ਕੀਤੀ ਹੋਈ ਹੈ, ਮੇਰੀ ਸੋਸ਼ਲ ਮੀਡੀਆ ਟੀਮ ਨੇ ਇਸ ਨੂੰ ਪੋਸਟ ਕਰ ਦਿੱਤਾ। ਅਗਲੀ ਖਬਰ ਹੈ ਕਿ ਕੈਪਟਨ ਸਰਕਾਰ ਨੇ ਕੋਵਿਡ-19 ਦੀ ਦੂਸਰੀ ਲਹਿਰ ਦੇ ਨਾਲ ਸਫਲਤਾਪੂਰਵਕ ਨਜਿੱਠਣ ਤੋਂ ਬਾਅਦ ਪਾਬੰਦੀਆਂ ਨੂੰ ਘੱਟ ਕਰਦਿਆਂ ਕੋਵਿਡ ਦੀਆਂ ਦੋਵੇਂ ਖੁਰਾਕਾਂ ਲਵਾ ਚੁੱਕੇ ਮੁਲਾਕਾਤੀਆਂ ਨੂੰ ਪੰਜਾਬ ਸਿਵਲ ਸਕੱਤਰੇਤ 1 ਅਤੇ 2 ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦੇਣ ਦਾ ਫੈਸਲਾ ਲਿਆ ਹੈ। ਆਮ ਰਾਜ ਪ੍ਰਬੰਧ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਿਵਲ ਸਕੱਤਰੇਤ 1 ਅਤੇ 2 ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਉਹਨਾਂ ਮੁਲਾਕਾਤੀਆਂ ਨੂੰ ਹੀ ਐਂਟਰੀ ਪਾਸ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੇ ਕੋਵਿਡ-19 ਦੇ ਦੋਵੇਂ ਟੀਕੇ ਲਵਾ ਲਏ ਨੇ। ਇਹਨਾਂ ਇਮਾਰਤਾਂ ਦੇ ਵਿੱਚ ਦਾਖਲੇ ਸਮੇਂ ਸਵਾਗਤੀ ਕਾਊਂਟਰਾਂ ਦੇ ਉੱਤੇ ਕੋਵਿਡ ਦੀ ਦਵਾਈ ਲੱਗਣ ਦਾ ਸਬੂਤ ਪੇਸ਼ ਕਰਨਾ ਹੁਣ ਲਾਜ਼ਮੀ ਹੋਵੇਗਾ। ਦਿੱਲੀ ਤੋਂ ਖਬਰ ਹੈ, ਜਿੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੁਣ 22 ਅਗਸਤ ਨੂੰ ਹੋਣਗੀਆਂ ਤੇ ਨਤੀਜੇ 31 ਅਗਸਤ ਨੂੰ ਆ ਜਾਣਗੇ। ਗੁਰਦੁਆਰਾ ਚੋਣਾਂ ਦੇ ਡਾਇਰੈਕਟੋਰੇਟ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਡੀਐਸਜੀਐਮਸੀ ਦੀਆਂ ਚੋਣਾਂ 22 ਅਗਸਤ ਨੂੰ ਹੋਣਗੀਆਂ, ਨਤੀਜੇ 31 ਅਗਸਤ ਤੱਕ ਐਲਾਨ ਦਿੱਤੇ ਜਾਣਗੇ। 31 ਅਗਸਤ ਤੱਕ ਸਾਰੀ ਪ੍ਰਕਿਰਿਆ ਖਤਮ ਹੋ ਜਾਏਗੀ। ਵੋਟਾਂ ਦੀ ਗਿਣਤੀ 25 ਅਗਸਤ ਨੂੰ ਹੀ ਸ਼ੁਰੂ ਹੋ ਜਾਵੇਗੀ। ਪਹਿਲਾਂ ਇਹ ਚੋਣਾਂ ਨੇ ਜਿਹੜੀਆਂ ਕਰੋਨਾ ਕਰਕੇ ਮੁਲਤਵੀ ਕਰ ਦਿੱਤੀਆਂ ਗਈਆਂ ਸੀ। ਸੋ ਹੁਣ ਦਿੱਲੀ ਦੇ ਵਿੱਚ ਸਿੱਖ ਸਿਆਸਤ ਮੁੜ ਤੋਂ ਭਖਣ ਦੇ ਪੂਰੇ ਜਿਹੜੇ ਆਸਾਰ ਬਣ ਗਏ ਨੇ। ਜ਼ੀਰਕਪੁਰ ਦੇ ਲੋਹਗੜ੍ਹ ਇਲਾਕੇ ਦੇ ਵਿੱਚ ਦਿਨ ਦਿਹਾੜੇ 4 ਹਥਿਆਰਬੰਦ ਲੁਟੇਰਿਆਂ ਨੇ ਮੁਥੂਟ ਚੰਡੀਗੜ੍ਹ ਦੇ ਮੈਨੇਜਰ ਦੇ ਘਰ ਡਾਕਾ ਮਾਰ ਕੇ ਲੱਖਾਂ ਦੀ ਕੀਮਤ ਦੇ ਸੋਨੇ ਚਾਂਦੀ ਦੇ ਗਹਿਣੇ ਤੇ ਨਕਦੀ ਲੁੱਟ ਲਈ। ਸਾਰੇ ਲੁਟੇਰਿਆਂ ਨੇ ਹੈਲਮਟ ਪਾਏ ਹੋਏ ਸੀ। ਬੰਦੂਕ ਤੇ ਤਲਵਾਰ ਦੇ ਜ਼ੋਰ ਨਾਲ 2 ਘੰਟੇ ਉਹਨਾਂ ਨੇ ਘਰ ਦੇ ਮਾਲਕਾਂ ਨੂੰ ਬੰਦੀ ਬਣਾਈ ਰੱਖਿਆ ਤੇ ਚੰਗੇ ਤਰੀਕੇ ਦੇ ਨਾਲ ਲੁੱਟ ਨੂੰ ਅੰਜਾਮ ਦਿੱਤਾ। ਲੁਟੇਰੇ ਸਵੇਰੇ 11 ਵਜੇ ਘਰ ਦੇ ਅੰਦਰ ਦਾਖਲ ਹੋਏ। ਕਰੀਬ 1:30 ਵਜੇ ਲੁੱਟ ਦਾ ਸਮਾਨ ਲੈ ਕੇ ਮੋਟਰਸਾਈਕਲਾਂ ਤੇ ਬਹਿ ਕੇ ਉਹ ਫਰਾਰ ਹੋ ਗਏ। ਮਕਾਨ ਮਾਲਕ ਜੈਦੇਵ ਗੋਇਲ ਵਾਸੀ ਸ਼ਰਮਾ ਅਸਟੇਟ ਨੇ ਦੱਸਿਆ ਕਿ ਉਹ ਚੰਡੀਗੜ੍ਹ ਸੈਕਟਰ 35 ਮਥੂਟ ਦੇ ਦਫ਼ਤਰ ਮੈਨੇਜਰ ਨੇ। ਇਹ ਗਹਿਣੇ ਬੈਂਕ ਲੋਕਰ ਵਿੱਚੋਂ ਵਿਆਹ ਵਿੱਚ ਹਿੱਸਾ ਲੈਣ ਦੇ ਲਈ ਉਹਨਾਂ ਨੇ ਕਢਵਾਏ ਸੀ। ਵਾਰਦਾਤ ਵੇਲੇ ਘਰ ਵਿੱਚ ਪਤਨੀ, ਲੜਕਾ ਤੇ ਨੌਕਰਾਣੀ ਸਨ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ, ਪਰ ਉਦੋਂ ਤੱਕ ਲੁਟੇਰੇ ਤਾਂ ਫਰਾਰ ਹੋ ਚੁੱਕੇ ਸੀ। ਪੰਜਾਬ ਦੇ ਵਿੱਚ ਛੇਤੀ ਹੀ ਹੈੱਡ ਕਾਂਸਟੇਬਲ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਪੁਲਿਸ ਜਲਦ ਹੀ ਆਪਣੀ ਅਧਿਕਾਰਿਤ ਵੈਬਸਾਈਟ www.punjabpolice.gov.in ਤੇ ਹੈੱਡ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰੇਗੀ। ਕੁੱਲ 787 ਅਸਾਮੀਆਂ ਦੇ ਲਈ ਭਰਤੀ ਹੋਵੇਗੀ। ਜਿਹੜੇ ਵੀ ਉਮੀਦਵਾਰ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹ ਇਸ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਨੇ। ਭਰਤੀ ਕਰਨ ਦੇ ਲਈ ਉਮੀਦਵਾਰਾਂ ਦਾ ਗ੍ਰੈਜੂਏਟ ਹੋਣਾ ਲਾਜ਼ਮੀ ਹੈ। ਉਮਰ ਹੈ ਜਿਹੜੀ 21 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। 11 ਤੋਂ 20 ਸਤੰਬਰ ਦੇ ਦੌਰਾਨ ਇਹ ਪ੍ਰੀਖਿਆ ਜਿਹੜੀ ਕਰਵਾਈ ਜਾਵੇਗੀ। ਅਗਲੀ ਖਬਰ ਮੀਡੀਆ ਦੇ ਉੱਤੇ ਦਬਦਬੇ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਹਿੰਦੀ ਦੇ ਕੌਮੀ ਅਖਬਾਰ ਦੈਨਿਕ ਭਾਸਕਰ ਦੇ ਉੱਤੇ CBDT ਯਾਨੀ ਕਿ ਆਮਦਨ ਕਰ ਵਿਭਾਗ ਦਾ ਛਾਪਾ ਪੈਣ ਦੇ ਨਾਲ ਮੀਡੀਆ ਖੇਤਰਾਂ ਦੇ ਵਿੱਚ ਸਨਸਨੀ ਫੈਲ ਗਈ ਹੈ। CBDT ਦੇ ਬੁਲਾਰੇ ਸੁਰਭੀ ਆਲੂਵਾਲੀਆ ਨੇ ਦੱਸਿਆ ਕਿ ਦੈਨਿਕ ਭਾਸਕਰ ਦੇ ਦਫ਼ਤਰਾਂ ਤੇ ਇਹ ਕਾਰਵਾਈਆਂ ਜਾਰੀ ਨੇ। ਇਹ ਆਪਰੇਸ਼ਨ ਕਿਸ ਲਈ ਹੈ, ਇਸ ਦੀ ਹਾਲੇ ਉਹ ਜਾਣਕਾਰੀ ਨਹੀਂ ਦੇ ਸਕਦੇ। ਦਰਅਸਲ ਦੈਨਿਕ ਭਾਸਕਰ ਨੇ ਕੋਵਿਡ ਮਹਾਮਾਰੀ ਦੌਰਾਨ ਵੀ ਕਈ ਖੋਜ ਭਰਪੂਰ ਖਬਰਾਂ ਪ੍ਰਕਾਸ਼ਿਤ ਕੀਤੀਆਂ ਸੀ ਤੇ ਸਰਕਾਰ ਦੇ ਕੋਵਿਡ ਪ੍ਰਬੰਧਨ ਤੇ ਸਵਾਲ ਵੀ ਚੁੱਕੇ ਸਨ। ਇਸ ਦੇ ਨਾਲ ਜੇ ਤਾਜ਼ੇ ਮਾਮਲੇ ਦੀ ਗੱਲ ਕਰ ਲਈਏ ਤਾਂ ਭਾਸਕਰ ਨੇ ਪੈਗਾਸਸ ਦੀ ਜਾਸੂਸੀ ਵਾਲੀ ਰਿਪੋਰਟ ਨੂੰ ਵੀ ਪਹਿਲੇ ਪੰਨੇ ਤੇ ਛਾਪਿਆ ਸੀ, ਜਿਸ ਦਾ ਸਿੱਧਾ ਸਰੋਕਾਰ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਦੇ ਨਾਲ ਜੋੜ ਰਹੀਆਂ ਨੇ। ਹਾਲਾਂਕਿ ਇਸ ਰਿਪੋਰਟ ਨੂੰ ਪਹਿਲੇ ਪੰਨੇ ਤੇ ਤਾਂ ਛਾਪਿਆ ਗਿਆ ਸੀ, ਪਰ ਉਹਨੇ ਵੱਡੇ ਪੱਧਰ ਤੇ ਇਹ ਮਸਲਾ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਨਹੀਂ ਆਇਆ ਸੀ। ਵਿਰੋਧੀ ਧਿਰਾਂ ਇਸ ਛਾਪੇਮਾਰੀ ਨੂੰ ਵੀ ਮੀਡੀਆ ਤੇ ਹਮਲਾ ਦੱਸ ਰਹੀਆਂ ਨੇ। ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ। ਕਾਂਗਰਸ ਦੇ ਲੀਡਰ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਟਵੀਟ ਕੀਤਾ ਕਿ ਮੋਦੀ ਸਰਕਾਰ ਲੋਕਤੰਤਰ ਦੇ ਚੌਥੇ ਥੰਬ ਨੂੰ ਦਬਾਉਣ ਦਾ, ਸੱਚ ਨੂੰ ਰੋਕਣ ਦਾ ਕੰਮ ਸ਼ੁਰੂ ਕਰ ਰਹੀ ਹੈ।
ਕਾਂਗਰਸ ਦੇ ਵੱਡੇ ਲੀਡਰ ਦਿਗਵਿਜੇ ਸਿੰਘ ਨੇ ਵੀ ਟਵੀਟ ਕਰਕੇ ਇਸ ਨੂੰ ਪੱਤਰਕਾਰਤਾ ਦੇ ਉੱਤੇ ਮੋਦੀ ਸ਼ਾਹ ਦਾ ਹਮਲਾ ਦੱਸਿਆ। ਉਹਨਾਂ ਕਿਹਾ ਕਿ ਮੋਦੀ ਸ਼ਾਹ ਦਾ ਇੱਕ ਹਥਿਆਰ IT, ED ਅਤੇ CBI ਹੈ। ਮੈਨੂੰ ਵਿਸ਼ਵਾਸ ਹੈ ਕਿ ਅਗਰਵਾਲ ਭਰਾ ਡਰਨਗੇ ਨਹੀਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਦੈਨਿਕ ਭਾਸਕਰ ਅਤੇ ਭਾਰਤ ਸਮਾਚਾਰ ਉੱਤੇ ਆਮਦਨ ਕਰ ਦੇ ਛਾਪੇ ਮੀਡੀਆ ਨੂੰ ਡਰਾਉਣ ਦਾ ਕੰਮ ਹੈ। ਉਹਨਾਂ ਦਾ ਸੰਦੇਸ਼ ਸਾਫ਼ ਹੈ, ਜੋ ਭਾਜਪਾ ਸਰਕਾਰ ਦੇ ਖਿਲਾਫ ਬੋਲੇਗਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਇਹ ਬਹੁਤ ਹੀ ਖਤਰਨਾਕ ਸੋਚ ਹੈ, ਸਾਰਿਆਂ ਨੂੰ ਇਸ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਟਵੀਟ ਕੀਤਾ ਕਿ ਦੈਨਿਕ ਭਾਸਕਰ ਅਖਬਾਰ ਤੇ ਭਾਰਤ ਸਮਾਚਾਰ ਨਿਊਜ਼ ਚੈਨਲਾਂ ਦੇ ਦਫ਼ਤਰਾਂ ਤੇ ਆਮਦਨ ਕਰ ਦੇ ਛਾਪੇ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਮੋਦੀ ਸਰਕਾਰ ਆਪਣੀ ਥੋੜੀ ਜਿਹੀ ਵੀ ਆਲੋਚਨਾ ਸਹਿ ਨਹੀਂ ਸਕਦੀ। ਇਹ ਭਾਜਪਾ ਦੀ ਫਾਸ਼ੀਵਾਦੀ ਮਾਨਸਿਕਤਾ ਹੈ ਜੋ ਲੋਕਤੰਤਰ ਵਿੱਚ ਸੱਚਾਈ ਦਾ ਸ਼ੀਸ਼ਾ ਦੇਖਣਾ ਪਸੰਦ ਨਹੀਂ ਕਰਦੀ। ਇਹੋ ਜਿਹੀਆਂ ਕਾਰਵਾਈਆਂ ਕਰਕੇ ਸਰਕਾਰ ਇਹ ਮੈਸੇਜ ਦੇਣਾ ਚਾਹੁੰਦੀ ਹੈ ਕਿ ਜੋ ਗੋਦੀ ਮੀਡੀਆ ਨਹੀਂ ਬਣੇਗਾ ਉਸ ਨੂੰ ਅਸੀਂ ਕੁਚਲ ਦੇਵਾਂਗੇ। ਸੋ ਇਸ ਤੇ ਸਰਕਾਰ ਨੇ ਵੀ ਆਪਣਾ ਪੱਖ ਰੱਖਿਆ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਦਾ ਇਹਨਾਂ ਛਾਪਿਆਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਇੱਕ ਪ੍ਰੈਸ ਬਰੀਫਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਏਜੰਸੀਆਂ ਆਪਣਾ ਕੰਮ ਕਰਦੀਆਂ ਨੇ, ਅਸੀਂ ਉਹਨਾਂ ਦੇ ਕੰਮ 'ਚ ਦਖਲ ਨਹੀਂ ਦਿੰਦੇ। ਹਾਲਾਂਕਿ ਇਹ ਵੀ ਕਿਹਾ ਕਿ ਮੈਂ ਸੁਚੇਤ ਕਰਨਾ ਚਾਹੁੰਦਾ ਕਿ ਕਿਸੇ ਵੀ ਘਟਨਾ ਦੀ ਰਿਪੋਰਟ ਦਿੰਦਿਆਂ ਤੱਥ ਜ਼ਰੂਰ ਹਾਸਲ ਕਰਨੇ ਚਾਹੀਦੇ ਨੇ। ਦਰਅਸਲ ਵੀਰਵਾਰ ਸਵੇਰੇ ਦੈਨਿਕ ਭਾਸਕਰ ਗਰੁੱਪ ਅਤੇ ਜਿਹੜਾ ਦੂਸਰਾ ਹੈ ਭਾਰਤ ਸਮਾਚਾਰ ਨਿਊਜ਼ ਚੈਨਲ, ਇਹਨਾਂ ਤੇ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਹੈ। ਵੱਖ-ਵੱਖ ਸੂਬਿਆਂ ਦੇ ਵਿੱਚ ਜਾਣ ਦੇ ਨਾਲ-ਨਾਲ ਇਹ ਟੀਮਾਂ ਪ੍ਰਬੰਧਕਾਂ ਦੇ ਘਰਾਂ ਦੇ ਵਿੱਚ ਵੀ ਗਈਆਂ ਨੇ। ਉੱਤਰ ਪ੍ਰਦੇਸ਼ ਤੋਂ ਚੱਲਦੇ ਸਮਾਚਾਰ ਚੈਨਲ ਭਾਰਤ ਸਮਾਚਾਰ ਦੇ ਦਫ਼ਤਰ ਤੇ ਸੰਪਾਦਕ ਬਰਜੇਸ਼ ਮਿਸ਼ਰਾ ਦੇ ਘਰ ਵੀ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਹੈ। ਭਾਰਤ ਸਮਾਚਾਰ ਨੇ ਰਿਪੋਰਟ ਦਿੱਤੀ ਹੈ ਕਿ ਇਨਕਮ ਟੈਕਸ ਦੇ ਕਈ ਗਰੁੱਪ, ਅਦਾਰੇ ਤੇ ਉਹਨਾਂ ਦੇ ਕਰਮਚਾਰੀਆਂ ਦੇ ਟਿਕਾਣਿਆਂ ਦੇ ਉੱਤੇ ਵੀ ਛਾਪੇਮਾਰੀਆਂ ਕਰ ਰਹੇ ਨੇ, ਯਾਨੀ ਕਿ ਨਿਊਜ਼ ਚੈਨਲ ਦੇ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਵੀ ਪਹੁੰਚ ਰਹੇ ਨੇ। ਦੈਨਿਕ ਭਾਸਕਰ ਅਖਬਾਰ ਨੇ ਇਸ ਛਾਪੇਮਾਰੀ ਤੋਂ ਬਾਅਦ ਕਿਹਾ ਹੈ, ਸੱਚੀ ਪੱਤਰਕਾਰਤਾ ਤੋਂ ਡਰੀ ਸਰਕਾਰ। ਅਗਲੀ ਖਬਰ ਲੰਡਨ ਤੋਂ ਹੈ ਪਰ ਪੰਜਾਬੀਆਂ ਦੇ ਨਾਲ ਜੁੜੀ ਹੋਈ ਹੈ। ਸਿੱਖ ਸਾਮਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਧੀ ਸੋਫੀਆ ਦਲੀਪ ਸਿੰਘ ਵੀ ਉਹਨਾਂ ਇਤਿਹਾਸਿਕ ਹਸਤੀਆਂ ਦੇ ਵਿੱਚ ਸ਼ਾਮਿਲ ਹੈ ਜਿਨ੍ਹਾਂ ਦੇ ਬੁੱਤ UK ਦੇ ਵਿੱਚ ਲਾਉਣ ਦੇ ਲਈ ਹਿਡਨ ਹੀਰੋਜ਼ ਨਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਪੂਰੇ UK ਦੇ ਵਿੱਚ ਅਜਿਹੇ ਯਾਦਗਾਰੀ ਬੁੱਤ ਲਾ ਕੇ ਨਸਲੀ ਭਿੰਨਤਾ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਰਾਜਕੁਮਾਰੀ ਸੋਫੀਆ, ਜੋ ਕਿ ਮਹਾਰਾਣੀ ਵਿਕਟੋਰੀਆ ਦੀ ਗॉड ਡਾਟਰ ਵਜੋਂ ਜਾਣੀ ਜਾਂਦੀ ਸੀ, ਉਸਨੇ 1900 ਦੇ ਵਿੱਚ ਔਰਤਾਂ ਨੂੰ ਬਰਤਾਨੀਆ ਦੇ ਵਿੱਚ ਵੋਟ ਦਾ ਹੱਕ ਦਿਵਾਉਣ ਲਈ ਤਕੜਾ ਸੰਘਰਸ਼ ਕੀਤਾ ਸੀ। ਬਰਤਾਨੀਆ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਸੋਫੀਆ ਦਲੀਪ ਸਿੰਘ ਦਾ ਨਾਮ ਇਸ ਮੁਹਿੰਮ ਤਹਿਤ ਵਿਚਾਰਨ ਲਈ ਪੇਸ਼ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਬਰਤਾਨੀਆ ਦੇ ਵਿੱਚ ਭਿੰਨਤਾ ਨੂੰ ਬਿਹਤਰ ਢੰਗ ਨਾਲ ਦਰਸਾਇਆ ਜਾਵੇਗਾ। ਗਿੱਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਦੇਖਿਆ ਕਿ ਸਾਡੇ ਮੁਲਕ ਦੇ ਵਿੱਚ ਫਿਰਕਾ ਪ੍ਰਸਤੀ ਬਹੁਤ ਵੱਧ ਗਈ ਹੈ। ਗਿੱਲ ਨੇ ਕਿਹਾ ਕਿ ਸੰਸਦ ਮੈਂਬਰ ਵਜੋਂ ਉਹ ਲੋਕਾਂ ਨੂੰ ਨੇੜੇ ਲਿਆਉਣਾ ਚਾਹੁੰਦੀ ਹੈ ਤੇ UK ਵਿੱਚ ਇਕਜੁੱਟਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਦਰਅਸਲ UK ਵਿੱਚ ਲੱਗੇ ਕੁੱਲ ਬੁੱਤਾਂ ਵਿੱਚੋਂ 3% ਤੋਂ ਵੀ ਘੱਟ ਗੈਰ ਸ਼ਾਹੀ ਔਰਤਾਂ ਦੇ ਬੁੱਤ ਨੇ। ਹੋਰਨਾਂ ਵਰਗਾਂ ਦੀ ਨੁਮਾਇੰਦਗੀ ਤਾਂ ਹੋਰ ਵੀ ਘੱਟ ਹੈ। ਸੋ ਇਹ ਬੁੱਤ ਹੈ ਜਿਹੜਾ ਸੋਫੀਆ ਦਲੀਪ ਸਿੰਘ ਦਾ ਲੱਗਣਾ ਜ਼ਰੂਰ ਚਾਹੀਦਾ ਹੈ, ਕਿਉਂਕਿ ਸੋਫੀਆ ਦਲੀਪ ਸਿੰਘ ਡਿਜ਼ਰਵ ਕਰਦੀ ਹੈ, ਜਿਸਨੇ UK ਦੇ ਵਿੱਚ ਔਰਤਾਂ ਨੂੰ ਵੋਟ ਦਾ ਹੱਕ ਦਿਵਾਉਣ ਦੇ ਲਈ ਵੱਡਾ ਸੰਘਰਸ਼ ਲੜਿਆ ਸੀ। WHO ਨੇ ਕਿਹਾ ਕਿ ਕਰੋਨਾ ਦਾ ਡੈਲਟਾ ਵੇਰੀਐਂਟ 124 ਦੇਸ਼ਾਂ ਦੇ ਵਿੱਚ ਫੈਲ ਚੁੱਕਿਆ ਤੇ ਕੁਝ ਮਹੀਨਿਆਂ ਦੇ ਵਿੱਚ ਹੋਰ ਜਾਨਲੇਵਾ ਹੋ ਜਾਏਗਾ। ਪੂਰੀ ਦੁਨੀਆ ਦੇ ਵਿੱਚ ਵੱਧ ਰਹੇ ਇਸ ਵੇਰੀਐਂਟ ਦੇ ਬਾਰੇ WHO ਨੇ ਇਹ ਜਿਹੜਾ ਵੱਡਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਸਾਰਿਆਂ ਦੀ ਚਿੰਤਾ ਵਧਣੀ ਜ਼ਾਹਿਰ ਹੈ। ਅਮਰੀਕਾ ਵਿੱਚ ਸਾਹਮਣੇ ਆਉਣ ਵਾਲੇ ਕਰੀਬ 80% ਕੇਸਾਂ ਦੇ ਲਈ ਇਹ ਵੇਰੀਐਂਟ ਜ਼ਿੰਮੇਦਾਰ ਹੈ, ਇਹ WHO ਨੇ ਜਾਣਕਾਰੀ ਦਿੱਤੀ ਹੈ ਤੇ ਇੰਗਲੈਂਡ ਸਮੇਤ ਕਈ ਹੋਰ ਯੂਰਪੀਅਨ ਕੰਟਰੀਜ਼ ਦੇ ਵਿੱਚ ਵੀ ਇਹੋ ਹੀ ਹਾਲ ਹੈ। WHO ਦੇ ਮੁਤਾਬਿਕ ਇੱਕ ਹਫ਼ਤੇ ਵਿੱਚ 13 ਹੋਰ ਮੁਲਕਾਂ ਦੇ ਵਿੱਚ ਡੈਲਟਾ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ ਨੇ। ਬਹੁਤ ਸਾਰੇ ਵੱਡੇ ਮੁਲਕਾਂ ਦੇ ਵਿੱਚ ਲਗਾਤਾਰ 3 ਹਫ਼ਤਿਆਂ ਤੋਂ ਮਾਮਲਿਆਂ ਦੇ ਵਿੱਚ ਵਾਧਾ ਹੋਇਆ ਹੈ। WHO ਵੱਲੋਂ ਦਿੱਤੀ ਗਈ ਮਹਾਮਾਰੀ ਦੀ ਅਪਡੇਟ ਵਿੱਚ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਵਾਇਰਸ ਦੇ ਹੋਰ ਰੂਪ ਵੀ ਦੁਨੀਆ ਦੇ ਵਿੱਚ ਦਿਖਾਈ ਦੇਣਗੇ ਤੇ ਇਹ ਪ੍ਰਭਾਵਸ਼ਾਲੀ ਹੋ ਸਕਦੇ ਨੇ, ਬਹੁਤ ਜ਼ਿਆਦਾ ਜਾਨਲੇਵਾ ਹੋ ਸਕਦੇ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਧੰਨਵਾਦ।